ਮੇਰਾ ਨਾਮ ਸ਼ਿਲਪਾ ਹੈ ਅਤੇ ਮੈਂ ਹਸਨਪੁਰ ਦੀ ਰਹਿਣ ਵਾਲੀ ਹਾਂ। ਅੱਜ ਮੇਰੀ ਇਹ ਕਹਾਣੀ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਮੈਂ ਬਹੁਤ ਜਵਾਨ ਅਤੇ ਸੁੰਦਰ ਸੀ ਅਤੇ ਪੜ੍ਹੀ ਲਿਖੀ ਵੀ ਸੀ। ਕਾਲਜ ਵਿੱਚ ਹੀ ਮੇਰੀ ਦੋਸਤੀ ਇੱਕ ਮੁੰਡੇ ਨਾਲ ਹੋ ਗਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਇੰਨਾ ਪਿਆਰ ਕਰਨ ਲੱਗ ਪਏ ਕਿ ਸਾਡੀ ਗੱਲ ਵਿਆਹ ਤੱਕ ਪਹੁੰਚ ਗਈ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਮੇਰੇ ਪਿਤਾ ਜੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਮੇਰੀ ਮਾਂ ਵੀ ਬਿਮਾਰ ਸੀ। ਇਸ ਲਈ ਮੇਰੀ ਮਾਂ ਚਾਹੁੰਦੀ ਸੀ ਕਿ ਮੇਰਾ ਵਿਆਹ ਜਲਦੀ ਤੋਂ ਜਲਦੀ ਹੋ ਜਾਵੇ। ਮੇਰੀ ਮਾਂ ਨੇ ਮੇਰੇ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਸੀ, ਪਰ ਜਦੋਂ ਮੈਂ ਲੜਕੇ ਨੂੰ ਮੇਰੇ ਘਰ ਰਿਸ਼ਤਾ ਭੇਜਣ ਲਈ ਕਿਹਾ ਤਾਂ ਮੇਰੀ ਮਾਂ ਮੇਰੇ ਲਈ ਰਿਸ਼ਤਾ ਲੱਭ ਰਹੀ ਸੀ। ਫਿਰ ਮੇਰੇ ਹੋਣ ਵਾਲੇ ਪਤੀ ਨੇ ਆਪਣੇ ਘਰ ਦਾ ਪ੍ਰਸਤਾਵ ਭੇਜਿਆ ਅਤੇ ਇਸ ਤਰ੍ਹਾਂ ਅਸੀਂ ਦੋਵਾਂ ਨੇ ਆਪਣੇ ਘਰ ਵਾਲਿਆਂ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ। ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਮੇਰਾ ਵਿਆਹ ਹਸਨਪੁਰ ਵਿੱਚ ਹੀ ਹੋਇਆ ਸੀ। ਮੇਰੇ ਪਤੀ ਦੀ ਨੌਕਰੀ ਵੀ ਬਹੁਤ ਵਧੀਆ ਸੀ। ਉਹ ਸ਼ਹਿਰ ਵਿੱਚ ਕੰਮ ਕਰਦਾ ਸੀ। ਮੇਰੇ ਪਤੀ ਤੋਂ ਇਲਾਵਾ ਮੇਰੇ ਸਹੁਰੇ ਘਰ ਸੱਸ ਸਹੁਰਾ ਵੀ ਸ਼ਾਮਲ ਸਨ, ਜਦੋਂ ਕਿ ਉਹਨਾਂ ਦੀ ਇੱਕ ਵੱਡੀ ਭੈਣ ਦਾ ਵਿਆਹ ਪਹਿਲਾਂ ਹੀ ਹੋ ਗਿਆ ਸੀ। ਇਹ ਕਈ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਦੂਜੇ ਪਿੰਡ ਰਹਿੰਦੀ ਸੀ। ਮੇਰੀ ਨਣਦ ਕਦੇ-ਕਦੇ ਸਾਡੇ ਘਰ ਆ ਜਾਂਦੀ ਸੀ। ਇਸੇ ਤਰ੍ਹਾਂ ਮੇਰੇ ਵਿਆਹ ਨੂੰ 1 ਸਾਲ ਬੀਤ ਗਿਆ ਅਤੇ ਮੈਂ ਇੱਕ ਪਿਆਰੀ ਧੀ ਨੂੰ ਜਨਮ ਦਿੱਤਾ। ਸਾਡੇ ਘਰ ਚਾਰੇ ਪਾਸੇ ਖੁਸ਼ੀਆਂ ਛਾ ਗਈਆਂ। ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ, ਪਰ ਸ਼ਾਇਦ ਸਾਡੇ ਹੱਸਦੇ ਖੇਡਦੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗ ਗਈ। ਮੇਰੀ ਬੇਟੀ 8 ਸਾਲ ਦੀ ਸੀ ਜਦੋਂ ਮੇਰੇ ਪਤੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਰ ਦੇ ਸਾਰੇ ਖਰਚੇ ਮੇਰੇ ਪਤੀ ਦੀ ਕਮਾਈ ਨਾਲ ਪੂਰੇ ਹੁੰਦੇ ਸਨ। ਹੁਣ ਸਾਡੇ ਘਰ 'ਤੇ ਮੁਸੀਬਤਾਂ ਆਉਣ ਲੱਗੀਆਂ। ਮੇਰਾ ਸਹੁਰਾ ਇੱਕ ਨਾਈ ਸੀ। ਉਹ ਥੋੜ੍ਹੇ ਬਹੁਤੇ ਪੈਸੇ ਕਮਾ ਲੈਂਦਾ ਸੀ, ਪਰ ਹੁਣ ਮੇਰੇ ਪਤੀ ਦੀ ਮੌਤ ਤੋਂ ਬਾਅਦ ਘਰ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਗਈਆਂ ਸਨ। ਪੈਸੇ ਦੀ ਸਮੱਸਿਆ ਵੀ ਬਹੁਤ ਸੀ। ਜ਼ਿੰਦਗੀ ਕੁਝ ਇਸ ਤਰ੍ਹਾਂ ਚੱਲ ਰਹੀ ਸੀ, ਪਰ ਫਿਰ ਮੇਰੇ ਸਹੁਰੇ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਦਿੱਤਾ। ਉਹ ਨਾਈ ਤਾਂ ਪਹਿਲਾਂ ਤੋਂ ਹੀ ਸੀ ਅਤੇ ਲੋਕਾਂ ਦੇ ਵਾਲ ਕੱਟਦਾ ਸੀ, ਪਰ ਹੁਣ ਉਹ ਅੱਧੀ ਰਾਤ ਨੂੰ ਪਿੰਡ ਦੀਆਂ ਕੁੜੀਆਂ ਨੂੰ ਵਾਲ ਕੱਟਣ ਦੇ ਨਾਂ 'ਤੇ ਛੱਤ 'ਤੇ ਲੈ ਜਾਂਦਾ ਸੀ। ਉਹਨਾਂ ਨੂੰ ਇਹ ਸਭ ਕਰਦੇ ਹੋਏ ਕਾਫੀ ਸਮਾਂ ਹੋ ਗਿਆ ਅਤੇ ਮੈਂ ਆਪਣੇ ਸਹੁਰੇ ਦੀ ਇਹ ਗੱਲ ਲੰਬੇ ਸਮੇਂ ਤੋਂ ਨੋਟ ਕਰ ਰਹੀ ਸੀ, ਕਿਉਂਕਿ ਜਦੋਂ ਉਹ ਅੱਧੀ ਰਾਤ ਨੂੰ ਛੱਤ 'ਤੇ ਜਾਂਦੇ ਸਨ, ਉਸ ਸਮੇਂ ਮੈਂ ਅਤੇ ਮੇਰੀ ਧੀ ਸੁੱਤੇ ਹੁੰਦੇ ਸੀ। ਇੱਕ ਦਿਨ ਮੈਂ ਸੋਚਿਆ ਕਿ ਅੱਜ ਰਾਤ ਮੈਂ ਜਾ ਕੇ ਆਪਣੇ ਸਹੁਰੇ ਦੇ ਕੰਮ ਬਾਰੇ ਪਤਾ ਕਰਾਂਗੀ ਕਿ ਉਹ ਅੱਧੀ ਰਾਤ ਨੂੰ ਛੱਤ 'ਤੇ ਕੀ ਕਰਦਾ ਹੈ। ਮੈਂ ਹੌਲੀ-ਹੌਲੀ ਪੌੜੀਆਂ ਚੜ੍ਹ ਰਹੀ ਸੀ। ਰਾਤ ਦਾ ਹਨੇਰਾ ਵੱਧਦਾ ਜਾ ਰਿਹਾ ਸੀ। ਛੱਤ ਤੋਂ ਸਿਰਫ ਟਿਮਟਿਮਾਉਂਦੀ ਰੋਸ਼ਨੀ ਹੀ ਦਿਖਾਈ ਦੇ ਰਹੀ ਸੀ। ਅੱਜ ਰਾਤ ਮੈਨੂੰ ਆਪਣੇ ਸਹੁਰੇ ਅਤੇ ਉਸ ਦੇ ਕੰਮ ਬਾਰੇ ਜਾਣਨ ਦਾ ਮੌਕਾ ਮਿਲਿਆ। ਅੱਧੀ ਰਾਤ ਨੂੰ ਛੱਤ 'ਤੇ ਉਹ ਕੀ ਕਰਦੇ ਹਨ, ਮੈਂ ਜਾਣਨਾ ਚਾਹੁੰਦੀ ਸੀ, ਪਰ ਮੇਰੀ ਸੱਸ ਪਹਿਰੇ 'ਤੇ ਹੁੰਦੀ ਸੀ। ਇਸ ਲਈ ਮੈਂ ਚੁੱਪਚਾਪ ਉੱਪਰ ਚਲੀ ਜਾਂਦੀ ਸੀ ਤੇ ਫਿਰ ਮੈਂ ਚੁੱਪਚਾਪ ਵਾਪਸ ਆ ਜਾਂਦੀ ਸੀ, ਕਿਉਂਕਿ ਮੇਰੀ ਸੱਸ ਪੌੜੀਆਂ 'ਤੇ ਖੜੀ ਰਹਿੰਦੀ ਸੀ। ਇੱਕ ਦਿਨ ਮੈਂ ਦੇਖਿਆ ਕਿ ਮੇਰਾ ਸਹੁਰਾ ਇੱਕ ਮੁਟਿਆਰ ਨੂੰ ਨਾਲ ਲੈ ਕੇ ਉੱਪਰ ਜਾ ਰਿਹਾ ਸੀ ਅਤੇ ਉਸਦੇ ਹੱਥ ਵਿੱਚ ਉਸਦੇ ਸੰਦ ਵੀ ਸਨ। ਸ਼ਾਇਦ ਉਹ ਉਸ ਕੁੜੀ ਦੇ ਵਾਲ ਕੱਟਣ ਜਾ ਰਿਹਾ ਸੀ, ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਅੱਧੀ ਰਾਤ ਨੂੰ ਇੱਕ ਇਕੱਲੀ ਕੁੜੀ ਨੂੰ ਛੱਤ 'ਤੇ ਲਿਜਾ ਕੇ ਉਹਨਾਂ ਦੇ ਵਾਲ ਕਿਉਂ ਕੱਟਦੇ ਸਨ। ਹਰ ਵਾਰ ਮੇਰੀ ਸੱਸ ਦਾ ਪਹਿਰਾ ਇੰਨਾ ਸਖਤ ਹੁੰਦਾ ਸੀ ਕਿ ਮੈਂ ਚਾਹੁੰਦੇ ਹੋਏ ਵੀ ਪੌੜੀਆਂ ਵੱਲ ਨਹੀਂ ਜਾ ਸਕਦੀ ਸੀ ਅਤੇ ਕਈ ਵਾਰ ਮੈਂ ਆਪਣੀ ਸੱਸ 'ਤੇ ਹੈਰਾਨ ਹੁੰਦੀ ਸੀ ਕਿ ਉਹ ਆਪਣੇ ਪਤੀ ਨੂੰ ਕਿਸੇ ਵੀ ਕੁਆਰੀ ਕੁੜੀ ਨਾਲ ਕਿਵੇਂ ਦੇਖ ਸਕਦੀ ਸੀ। ਇੱਕ ਦਿਨ ਪਤਾ ਨਹੀਂ ਮੇਰੀ ਸੱਸ ਕਿੱਥੇ ਚਲੀ ਗਈ ਅਤੇ ਮੈਂ ਸਹਿਜੇ ਹੀ ਪੌੜੀਆਂ 'ਤੇ ਪਹੁੰਚ ਗਈ। ਮੇਰਾ ਸਹੁਰਾ ਪਿੰਡ ਦੀ ਇੱਕ ਨਵੀਂ ਜਵਾਨ ਕੁੜੀ ਕਵਿਤਾ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਛੱਤ 'ਤੇ ਗਿਆ ਸੀ ਤੇ ਹੁਣ ਉਹ ਘੰਟਾ ਪਹਿਲਾਂ ਹੇਠਾਂ ਉਤਰਨ ਵਾਲਾ ਨਹੀਂ ਸੀ। ਪਹਿਲਾਂ ਮੇਰਾ ਸਹੁਰਾ ਅਜਿਹਾ ਕੋਈ ਕੰਮ ਨਹੀਂ ਕਰਦਾ ਸੀ, ਪਰ ਪਤਾ ਨਹੀਂ ਹੁਣ ਉਸ ਨੂੰ ਕੀ ਹੋਣ ਲੱਗਾ। 1 ਘੰਟੇ ਵਿੱਚ ਮੇਰਾ ਸਹੁਰਾ ਪਤਾ ਨਹੀਂ ਉਸ ਕੁੜੀ ਨਾਲ ਕੀ ਕੁਝ ਕਰਦਾ ਸੀ। ਮੈਂ ਇਹ ਸਭ ਜਾਣਨ ਲਈ ਬਹੁਤ ਬੇਚੈਨ ਸੀ। ਜਦੋਂ ਮੇਰਾ ਸਹੁਰਾ ਆਪਣੀ ਦੁਕਾਨ 'ਤੇ ਲੋਕਾਂ ਦੇ ਵਾਲ ਕੱਟਦਾ ਸੀ ਤਾਂ ਉਹ ਅਜਿਹਾ ਕੁਝ ਨਹੀਂ ਕਰਦਾ ਸੀ, ਪਰ ਹੁਣ ਉਸ ਦੇ ਕੰਮ ਅਤੇ ਕੰਮ ਕਰਨ ਦੇ ਤਰੀਕੇ ਨੇ ਮੈਨੂੰ ਹੈਰਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਰਾਤ ਮੈਂ ਇਹ ਜਾਣ ਕੇ ਹੀ ਰਹਾਂਗੀ ਕਿ ਮੇਰਾ ਸਹੁਰਾ ਜਵਾਨ ਕੁੜੀਆਂ ਦੇ ਵਾਲ ਰਾਤ ਨੂੰ ਹੀ ਕਿਉਂ ਕੱਟਦਾ ਸੀ ਅਤੇ ਉਹ ਵੀ ਅੱਧੀ ਰਾਤ ਨੂੰ। ਨਾ ਤਾਂ
ਮੇਰੀ ਸੱਸ ਕਦੇ ਛੱਤ ਤੇ ਜਾਂਦੀ ਸੀ ਅਤੇ ਨਾ ਹੀ ਲੜਕੀ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਉਸ ਦੇ ਨਾਲ ਜਾਣ ਦਿੱਤਾ ਜਾਂਦਾ ਸੀ। ਮੈਂ ਅੱਧੀਆਂ ਪੌੜੀਆਂ ਚੜ੍ਹ ਚੁੱਕੀ ਸੀ ਅਤੇ ਇਸ ਰਾਜ ਤੋਂ ਪਰਦਾ ਉੱਠਣ ਹੀ ਵਾਲਾ ਸੀ ਕਿ ਮੇਰਾ ਸਹੁਰਾ ਕਵਿਤਾ ਨਾਲ ਕੀ ਕਰਨ ਜਾ ਰਿਹਾ ਹੈ। ਫਿਰ ਅਚਾਨਕ ਪਿੱਛੋਂ ਮੇਰੀ ਸੱਸ ਦੇ ਆਉਣ ਦੀ ਆਵਾਜ਼ ਨੇ ਮੈਨੂੰ ਪੌੜੀਆਂ ਉਤਰਨ ਲਈ ਮਜਬੂਰ ਕਰ ਦਿੱਤਾ। ਪਹਿਲੀ ਵਾਰ ਮੈਂ ਆਪਣੀ ਸੱਸ ਦੀ ਉੱਚੀ ਆਵਾਜ਼ ਸੁਣੀ, ਜੋ ਹਮੇਸ਼ਾ ਡਰੀ ਹੋਈ ਨੀਵੀਂ ਆਵਾਜ਼ ਵਿੱਚ ਬੋਲਦੀ ਸੀ। ਉਸ ਦੀ ਆਵਾਜ਼ ਸੁਣ ਕੇ ਮੇਰੀ ਜਾਨ ਨਿਕਲ ਗਈ। ਜਿਵੇਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਮੇਰੇ ਪਿੱਛੇ ਖੜੀ ਸੀ ਅਤੇ ਮੇਰਾ ਹੱਥ ਫੜ ਕੇ ਮੈਨੂੰ ਪੌੜੀਆਂ ਤੋਂ ਹੇਠਾਂ ਲੈ ਗਈ। ਉਸ ਦਾ ਅੰਦਾਜ਼ ਅਜਿਹਾ ਸੀ ਜਿਵੇਂ ਉਹ ਮੈਨੂੰ ਕੱਚਾ ਖਾ ਜਾਵੇਗੀ। ਉਹ ਗੁੱਸੇ ਨਾਲ ਮੇਰੀ ਬਾਂਹ ਫੜ ਕੇ ਪੁੱਛ ਰਹੀ ਸੀ ਕਿ ਤੂੰ ਕਿੱਥੇ ਜਾ ਰਹੀ ਸੀ। ਮੈਂ ਹੜਬੜਾ ਕੇ ਕਿਹਾ, ਮਾਂ, ਮੈਂ ਹੇਠਾਂ ਡਰ ਗਈ ਸੀ, ਇਸ ਲਈ ਮੈਂ ਛੱਤ ਤੇ ਜਾ ਰਹੀ ਸੀ। ਮੇਰੀ ਗੱਲ ਸੁਣ ਕੇ ਮੇਰੀ ਸੱਸ ਨੇ ਮੇਰੇ ਤੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ, ਤੈਨੂੰ ਪਤਾ ਨਹੀਂ, ਅੱਜ ਕਵਿਤਾ ਆਪਣੇ ਬਾਲ ਕਟਵਾਉਣ ਲਈ ਸਾਡੇ ਘਰ ਆਈ ਹੈ। ਫਿਰ ਤੁਸੀਂ ਛੱਤ ਤੇ ਜਾਣ ਬਾਰੇ ਸੋਚਿਆ ਵੀ ਕਿਵੇਂ? ਕੀ ਤੁਸੀਂ ਆਪਣੇ ਸਹੁਰੇ ਦੇ ਕੰਮ ਨੂੰ ਰੋਕਣਾ ਚਾਹੁੰਦੇ ਹੋ? ਤੈਨੂੰ ਪਤਾ ਨਹੀਂ ਕਿ ਤੇਰਾ ਤੇ ਤੇਰੀ ਧੀ ਦਾ ਪਾਲਣ ਪੋਸ਼ਣ ਤੇਰਾ ਸਹੁਰਾ ਕਰ ਰਿਹਾ ਹੈ। ਤੁਹਾਡੇ ਪਤੀ ਦੀ ਮੌਤ ਤੋਂ ਬਾਅਦ ਤੁਹਾਡੇ ਸਹੁਰੇ ਨੇ ਤੁਹਾਡੇ ਦੋਹਾਂ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ ਅਤੇ ਤੁਸੀਂ ਉਸ ਦੇ ਕੰਮ ਪਿੱਛੇ ਲੱਗੇ ਹੋਏ ਹੋ। ਤੁਹਾਡਾ ਸਹੁਰਾ ਨਹੀਂ ਚਾਹੁੰਦਾ ਕਿ ਕੋਈ ਉਸ ਨੂੰ ਕੰਮ ਕਰਦੇ ਸਮੇਂ ਪਰੇਸ਼ਾਨ ਕਰੇ, ਇਸ ਲਈ ਮੈਂ ਕਦੇ ਵੀ ਉੱਪਰ ਜਾਣ ਦੀ ਕੋਸ਼ਿਸ਼ ਨਹੀਂ ਕਰਦੀ। ਬਿਹਤਰ ਹੋਵੇਗਾ ਕਿ ਅੱਜ ਤੋਂ ਬਾਅਦ ਤੁਸੀਂ ਵੀ ਅੱਧੀ ਰਾਤ ਨੂੰ ਉੱਪਰ ਨਾ ਜਾਓ ਅਤੇ ਆਪਣੇ ਕਮਰੇ ਤੋਂ ਬਾਹਰ ਨਾ ਨਿਕਲਣਾ। ਮੈਂ ਚੁੱਪਚਾਪ ਸੱਸ ਦੀਆਂ ਗੱਲਾਂ ਸੁਣ ਰਹੀ ਸੀ। ਹੁਣ ਉਹ ਮੈਨੂੰ ਤਾਨੇ ਮਾਰ ਰਹੀ ਸੀ ਕਿ ਮੇਰੇ ਸਹੁਰੇ ਵੱਲੋਂ ਮੈਨੂੰ ਅਤੇ ਮੇਰੀ ਧੀ ਨੂੰ ਖਵਾਇਆ ਜਾ ਰਿਹਾ ਹੈ ਅਤੇ ਮੇਰਾ ਪਤੀ ਵੀ ਜਿੰਦਾ ਨਹੀਂ ਹੈ। ਇਸ ਲਈ ਮੈਂ ਚੁੱਪ ਹੋ ਗਈ ਕਿਉਂਕਿ ਮੈਂ ਆਪਣੇ ਸਹੁਰੇ ਤੋਂ ਬਹੁਤ ਡਰਦੀ ਸੀ। ਜਦੋਂ ਮੇਰਾ ਪਤੀ ਜਿਉਂਦਾ ਸੀ, ਉਹ ਆਪਣੇ ਪਿਤਾ ਨਾਲ ਘੱਟ ਹੀ ਗੱਲ ਕਰਦਾ ਸੀ ਅਤੇ ਹੁਣ ਮੈਂ ਵੀ ਆਪਣੇ ਸਹੁਰੇ ਦੀ ਇਸ ਅਜੀਬ ਹਰਕਤ ਕਾਰਨ ਬਹੁਤ ਚਿੰਤਤ ਸੀ। ਅਜੇ 'ਚ ਜੇਕਰ ਮੇਰੀ ਸੱਸ ਅਤੇ ਸਹੁਰਾ ਮੇਰੇ ਤੇ ਜ਼ਿਆਦਾ ਨਾਰਾਜ਼ ਹੋ ਜਾਂਦੇ ਤਾਂ ਮੇਰੀਆਂ ਮੁਸ਼ਕਲਾਂ ਹੋਰ ਵੀ ਵੱਧ ਜਾਂਦੀਆਂ। ਮੈਂ ਤੁਰੰਤ ਆਪਣੀ ਸੱਸ ਤੋਂ ਮਾਫ਼ੀ ਮੰਗੀ ਅਤੇ ਕਿਹਾ ਕਿ ਮੈਂ ਦੁਬਾਰਾ ਅਜਿਹੀ ਗਲਤੀ ਨਹੀਂ ਕਰਾਂਗੀ। ਮੇਰੀ ਸੱਸ ਨੇ ਮੈਨੂੰ ਕਿਹਾ, ਚੱਲ ਆਪਣੇ ਕਮਰੇ ਵਿੱਚ ਜਾ ਕੇ ਸੋ ਜਾ, ਵੇਖ ਤੇਰੀ ਧੀ ਤਾਂ ਨਹੀਂ ਜਾਗੀ। ਤੇ ਮੈਂ ਆਪਣੇ ਕਮਰੇ ਵੱਲ ਆ ਗਈ। ਕਮਰੇ ਵਿੱਚ ਆ ਕੇ ਮੇਰੇ ਮਨ ਵਿੱਚ ਇੱਕੋ ਗੱਲ ਘੁੰਮ ਰਹੀ ਸੀ ਕਿ ਮੇਰੇ ਸਹੁਰੇ ਨੂੰ ਇੰਨੀ ਇਕਾਂਤ ਦੀ ਕੀ ਲੋੜ ਸੀ। ਕਿ ਉਹ ਕਿਸੇ ਤੀਜੇ ਵਿਅਕਤੀ ਦੀ ਮੌਜੂਦਗੀ ਨੂੰ ਪਸੰਦ ਨਹੀਂ ਕਰਦਾ, ਜਦੋਂ ਕਿ ਪਹਿਲਾਂ ਉਹ ਆਪਣੀ ਦੁਕਾਨ ਤੇ ਖੁੱਲ੍ਹੇਆਮ ਵਾਲ ਕੱਟਦਾ ਸੀ ਅਤੇ ਕਾਫੀ ਲੋਕ ਉਸ ਦੀ ਦੁਕਾਨ ਤੇ ਆਉਂਦੇ ਸਨ। ਪਤਾ ਨਹੀਂ ਕਿਉਂ ਹੁਣ ਉਹ ਆਪਣੇ ਕੋਲ ਕਿਸੇ ਹੋਰ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਪਹਿਲਾਂ ਮੇਰੇ ਸਹੁਰੇ ਨੂੰ ਕਿਸੇ ਇਕਾਂਤ ਦੀ ਲੋੜ ਨਹੀਂ ਸੀ, ਨਾ ਹੀ ਉਸ ਨੂੰ ਕਿਸੇ ਦੇ ਆਉਣ ਜਾਣ ਨਾਲ ਕੋਈ ਪਰੇਸ਼ਾਨੀ ਸੀ। ਹੁਣ ਮੇਰਾ ਸਹੁਰਾ ਇੱਕ ਵੱਖਰੀ ਕਿਸਮ ਦਾ ਹੀਰੋ ਬਣ ਗਿਆ ਸੀ। ਮੇਰਾ ਸਹੁਰਾ ਮੇਰੀ ਧੀ ਨੂੰ ਵੀ ਘੱਟ ਪਿਆਰ ਕਰਦਾ ਸੀ। ਮੈਂ ਹੋਰ ਦਾਦਾ ਦਾਦੀ ਨੂੰ ਆਪਣੀਆਂ ਪੋਤੀਆਂ ਨਾਲ ਬਹੁਤ ਲਾਡ ਪਿਆਰ ਕਰਦੇ ਦੇਖਿਆ ਸੀ, ਪਰ ਮੇਰੇ ਸਹੁਰੇ ਨੇ ਮੇਰੀ ਧੀ ਤੇ ਹੀ ਪਾਬੰਦੀਆਂ ਲਾਈਆਂ ਹੋਈਆਂ ਸਨ। ਉਹ ਹਰ ਗੱਲ ਤੇ ਮੇਰੀ ਧੀ ਨੂੰ ਕਹਿੰਦੇ ਸਨ ਕਿ ਹੁਣ ਤੇਰੇ ਪਿਤਾ ਮੌਜੂਦ ਨਹੀਂ ਹਨ, ਇਸ ਲਈ ਤੂੰ ਮੇਰੀ ਜ਼ਿੰਮੇਵਾਰੀ ਹੈ। ਮੇਰੀ ਬੇਟੀ ਅਜੇ 8 ਸਾਲ ਦੀ ਸੀ ਅਤੇ ਇੰਨੀ ਛੋਟੀ ਉਮਰ ਵਿੱਚ ਹੀ ਮੇਰੇ ਸਹੁਰੇ ਨੇ ਆਪਣੀ ਪੋਤੀ ਤੇ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਇਸ ਤਰ੍ਹਾਂ ਉਹ ਉਸ ਨੂੰ ਰੋਕਦੇ ਰਹਿੰਦੇ ਸਨ ਜਿਵੇਂ ਮੇਰੀ ਧੀ ਛੋਟੀ ਉਮਰ ਦੀ ਕੁੜੀ ਹੋਵੇ। ਮੈਂ ਤੇ ਮੇਰੀ ਧੀ ਉਸ ਦੀ ਇਜਾਜ਼ਤ ਤੋਂ ਬਿਨਾਂ ਘਰੋਂ ਬਾਹਰ ਨਹੀਂ ਜਾਂਦੇ ਸੀ ਅਤੇ ਨਾ ਹੀ ਅਸੀਂ ਕਿਸੇ ਦੇ ਘਰ ਜਾਣ ਬਾਰੇ ਸੋਚ ਸਕਦੇ ਸੀ। ਮੇਰੀ ਧੀ ਨੂੰ ਸਕੂਲ ਲਿਜਾਣ ਦਾ ਕੰਮ ਮੇਰਾ ਸਹੁਰਾ ਆਪ ਕਰਦਾ ਸੀ। ਕਈ ਵਾਰ ਮੈਨੂੰ ਆਪਣੇ ਸਹੁਰੇ ਤੇ ਬਹੁਤ ਗੁੱਸਾ ਆਉਂਦਾ ਸੀ ਅਤੇ ਮੈਂ ਕਿਸੇ ਤਰ੍ਹਾਂ ਇਸ ਘਰੋਂ ਭੱਜਣਾ ਚਾਹੁੰਦੀ ਸੀ, ਪਰ ਮੈਂ ਇਸ ਘਰ ਨੂੰ ਕਦੇ ਨਹੀਂ ਛੱਡ ਸਕਦੀ ਸੀ ਕਿਉਂਕਿ ਮੇਰੀ ਮਾਂ ਹੀ ਸੀ ਜਿਸ ਨੇ ਮੇਰਾ ਵਿਆਹ ਕੀਤਾ ਸੀ। ਮੇਰਾ ਵਿਆਹ ਤੋਂ ਬਾਅਦ ਉਹ ਵੀ ਇਸ ਦੁਨੀਆ ਤੋਂ ਚਲੀ ਗਈ ਕਿਉਂਕਿ ਮੇਰੇ ਵਿਆਹ ਤੋਂ ਪਹਿਲਾਂ ਉਸ ਦੀ ਸਿਹਤ ਖਰਾਬ ਸੀ। ਹੁਣ ਮੇਰਾ ਕੋਈ ਨਹੀਂ ਸੀ ਜਿਸ ਕੋਲ ਜਾ ਕੇ ਮੈਂ ਆਪਣਾ ਦੁੱਖ ਸਾਂਝਾ ਕਰ ਸਕਦੀ ਸੀ। ਮਹੀਨੇ ਵਿੱਚ 2-3 ਵਾਰ ਮੇਰਾ ਸਹੁਰਾ ਰਾਤ ਨੂੰ ਕੁੜੀਆਂ ਦੇ ਵਾਲ ਕੱਟਣ ਦਾ ਕੰਮ ਕਰਦਾ ਸੀ ਅਤੇ ਸਾਡੇ ਘਰ ਦੀ ਛੱਤ ਉੱਤੇ ਹੀ ਕੰਮ ਕਰਦਾ ਸੀ। ਉਹ ਬਾਕੀ ਸਮਾਂ ਘਰ ਵਿੱਚ ਹੀ ਰਹਿਣ ਲੱਗ ਪਿਆ। ਹੁਣ ਉਸਨੇ ਦੁਕਾਨ ਤੇ ਜਾਣਾ ਵੀ ਘਟਾ ਦਿੱਤਾ ਸੀ। ਹਮੇਸ਼ਾ ਮੇਰੇ ਅਤੇ ਮੇਰੀ ਬੇਟੀ ਤੇ ਨਜ਼ਰ ਰੱਖਦਾ ਸੀ। ਜਦੋਂ ਤੋਂ ਮੇਰੇ ਪਤੀ ਦੀ ਮੌਤ ਹੋਈ ਸੀ, ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਸਹੁਰੇ ਤੇ ਮੋਢਿਆਂ ਤੇ ਆ ਗਈਆਂ ਸਨ ਅਤੇ ਇਸੇ ਕਰਕੇ ਮੇਰੇ ਸਹੁਰੇ ਦਾ ਮੇਰੀ ਬੇਟੀ ਤੇ
ਪੂਰਾ ਕੰਟਰੋਲ ਸੀ। ਮੇਰੀ ਸੱਸ ਅਤੇ ਸਹੁਰੇ ਦੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਸੀ, ਪਰ ਫਿਰ ਵੀ ਮੇਰੀ ਸੱਸ ਆਪਣੇ ਪਤੀ ਤੋਂ ਇੰਜ ਡਰਦੀ ਸੀ ਜਿਵੇਂ ਕਿਸੇ ਗੱਲ ਤੋਂ ਡਰਦੀ ਹੋਵੇ। ਪਰ ਮੈਂ ਬਹੁਤ ਹਸਮੁਖ ਔਰਤ ਸੀ। ਮੈਂ ਮੇਰੇ ਸਹੁਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਮੇਰੇ ਸਹੁਰੇ ਦਾ ਹਮੇਸ਼ਾ ਮੂਡ ਖਰਾਬ ਰਹਿੰਦਾ ਸੀ, ਇਸ ਲਈ ਮੈਂ ਉਸ ਨਾਲ ਜ਼ਿਆਦਾ ਗੱਲ ਨਹੀਂ ਕਰਦੀ ਸੀ। ਮੈਂ ਆਪਣੀ ਸੱਸ ਨਾਲ ਬਹੁਤ ਗੱਲਾਂ ਕਰਦੀ ਸੀ। ਮੇਰੀ ਸੱਸ ਨੂੰ ਮੇਰੇ ਤੇ ਗੁੱਸੇ ਨਾਲ ਉੱਚੀ ਬੋਲਦੇ ਦੇਖ ਕੇ ਮੈਨੂੰ ਦੁੱਖ ਹੋਇਆ, ਜਦੋਂ ਕਿ ਮੇਰੀ ਸੱਸ ਮੇਰੇ ਸਹੁਰੇ ਦੇ ਸਾਹਮਣੇ ਡਰ ਕੇ ਰਹਿੰਦੀ ਸੀ। ਵਿਆਹ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਮੈਂ ਦੇਖਿਆ ਸੀ ਕਿ ਉਸ ਨੇ ਕਦੇ ਆਪਣੇ ਪਤੀ ਨਾਲ ਅੱਖ ਮਿਲਾ ਕੇ ਦੇਖਿਆ ਵੀ ਨਹੀਂ ਸੀ, ਸਗੋਂ ਉਸ ਦੇ ਹਰ ਹੁਕਮ ਅੱਗੇ ਚੁੱਪਚਾਪ ਸਿਰ ਝੁਕਾਇਆ ਸੀ। ਜੋ ਵੀ ਸੀ, ਮੈਨੂੰ ਮੇਰਾ ਸਹੁਰਾ ਬਿਲਕੁਲ ਵੀ ਪਸੰਦ ਨਹੀਂ ਸੀ, ਕਿਉਂਕਿ ਉਹਨਾਂ ਦੀ ਬਦੌਲਤ ਮੇਰੀ ਧੀ ਆਪਣਾ ਬਚਪਨ ਜਵਾਨ ਕੁੜੀਆਂ ਵਾਂਗ ਬਿਤਾ ਰਹੀ ਸੀ। ਮੇਰੀ ਧੀ ਨੂੰ ਵੀ ਮੇਰੇ ਸਹੁਰੇ ਦੇ ਕੰਮ ਦਾ ਪਤਾ ਲੱਗ ਗਿਆ ਸੀ, ਕਿਉਂਕਿ ਹੁਣ ਉਹ ਵੱਡੀ ਹੋ ਰਹੀ ਸੀ ਅਤੇ ਉਹ ਵੀ ਹੌਲੀ-ਹੌਲੀ ਸਮਝਣ ਲੱਗੀ ਸੀ ਕਿ ਉਸ ਦਾ ਦਾਦਾ ਜੀ ਨੇ ਕਿਹੜਾ ਕੰਮ ਸ਼ੁਰੂ ਕੀਤਾ ਸੀ। ਕਈ ਵਾਰ ਉਹ ਮੈਨੂੰ ਪੁੱਛਦੀ ਸੀ ਕਿ ਦਾਦਾ ਜੀ ਸਿਰਫ ਕੁੜੀਆਂ ਦੇ ਵਾਲ ਹੀ ਕਿਉਂ ਕੱਟਦੇ ਹਨ। ਮੈਂ ਇਹ ਵੀ ਨੋਟ ਕਰਦੀ ਸੀ ਕਿ ਮੇਰਾ ਸਹੁਰਾ ਸਿਰਫ ਉਹਨਾਂ ਕੁੜੀਆਂ ਦੇ ਵਾਲ ਕੱਟਦਾ ਹੈ ਜੋ ਬਾਲੰਗ ਹੋ ਚੁੱਕੀਆਂ ਹਨ। ਇਹ ਗੱਲ ਮੇਰੇ ਲਈ ਬੜੀ ਹੈਰਾਨੀ ਵਾਲੀ ਸੀ ਅਤੇ ਜਦੋਂ ਤੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਹੈ, ਮੇਰੀ ਇਸ ਗੱਲ ਨੂੰ ਜਾਣਨ ਦੀ ਦਿਲਚਸਪੀ ਹੋਰ ਵੀ ਵੱਧਦੀ ਜਾ ਰਹੀ ਸੀ। ਮੇਰਾ ਸਹੁਰਾ ਅਜਿਹਾ ਕਿਉਂ ਕਰਦਾ ਸੀ? ਕਈ ਵਾਰ ਮੈਂ ਸੋਚਦੀ ਸੀ ਕਿ ਮੈਂ ਆਪਣੇ ਸਹੁਰੇ ਨੂੰ ਕਿਸੇ ਕੁੜੀ ਦੇ ਵਾਲ ਕੱਟਦੇ ਦੇਖਾਂਗੀ, ਪਰ ਉਸ ਦਾ ਤਰੀਕਾ ਬਿਲਕੁਲ ਵੱਖਰਾ ਸੀ। ਉਹ ਬਲੰਗ ਕੁੜੀਆਂ ਨੂੰ ਅੱਧੀ ਰਾਤ ਨੂੰ ਘਰ ਬੁਲਾਉਂਦਾ ਸੀ ਅਤੇ ਆਪਣੇ ਨਾਲ ਛੱਤ ਤੇ ਲੈ ਜਾਂਦਾ ਸੀ ਅਤੇ ਉੱਥੇ ਜਾ ਕੇ ਉਹਨਾਂ ਕੁੜੀਆਂ ਦੇ ਵਾਲ ਕੱਟਦਾ ਸੀ। ਸਾਰੇ ਪਿੰਡ ਵਿੱਚ ਮਸ਼ਹੂਰ ਸੀ ਕਿ ਮੇਰਾ ਸਹੁਰਾ ਕੁੜੀਆਂ ਦੇ ਵਾਲ ਕੱਟਦਾ ਸੀ। ਇਸ ਤਰ੍ਹਾਂ ਕਰਦੇ ਹੋਏ ਕਾਫੀ ਸਮਾਂ ਬੀਤ ਗਿਆ ਸੀ ਅਤੇ ਮੈਨੂੰ ਸੱਚਾਈ ਦਾ ਪਤਾ ਨਹੀਂ ਲੱਗ ਰਿਹਾ ਸੀ ਅਤੇ ਮੇਰਾ ਸਹੁਰਾ ਸਾਰੇ ਪਿੰਡ ਵਿੱਚ ਮਸ਼ਹੂਰ ਹੋ ਗਿਆ ਸੀ। ਮੈਂ ਸੁਣਿਆ ਸੀ ਕਿ ਮੇਰਾ ਸਹੁਰਾ ਜਿਸ ਵੀ ਕੁੜੀ ਦੇ ਵਾਲ ਕੱਟਦਾ ਸੀ, ਉਸ ਕੁੜੀ ਦੀ ਕਿਸਮਤ ਸੁਧਰ ਜਾਂਦੀ ਸੀ। ਵਿਆਹ ਤੋਂ ਬਾਅਦ ਉਸ ਨੂੰ ਚੰਗਾ ਸਹੁਰਾ ਘਰ ਮਿਲਦਾ ਸੀ ਅਤੇ ਵਿਆਹ ਤੋਂ ਬਾਅਦ ਉਹ ਕੁੜੀ ਚੰਗਾ ਜੀਵਨ ਬਤੀਤ ਕਰਦੀ ਸੀ, ਜਿਸ ਕਾਰਨ ਲੋਕ ਖੁਸ਼ ਸਨ। ਉਹ ਆਪਣੀਆਂ ਮੁਟਿਆਰਾਂ ਕੁੜੀਆਂ ਨੂੰ ਮੇਰੇ ਸਹੁਰੇ ਘਰ ਭੇਜਦੇ ਸਨ ਤਾਂ ਜੋ ਉਹ ਮੇਰੇ ਸਹੁਰੇ ਤੋਂ ਵਾਲ ਕਟਵਾਉਣ, ਤਾਂ ਜੋ ਉਹਨਾਂ ਦੀਆਂ ਧੀਆਂ ਦੀ ਕਿਸਮਤ ਬਦਲ ਸਕੇ। ਪਰ ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ ਕਿ ਮੇਰੇ ਸਹੁਰੇ ਦੇ ਵਾਲ ਕੱਟਣ ਨਾਲ ਕੁੜੀ ਦੀ ਕਿਸਮਤ ਕਿਵੇਂ ਬਦਲ ਸਕਦੀ ਹੈ, ਅਤੇ ਉਹ ਵੀ ਅੱਧੀ ਰਾਤ ਨੂੰ। ਕਈ ਵਾਰ ਇਕੱਲਿਆਂ ਹੀ ਮੈਂ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੇਰਾ ਸਹੁਰਾ ਕੁੜੀ ਦੇ ਵਾਲ ਕਿਵੇਂ ਕੱਟਦਾ ਹੈ ਅਤੇ ਅੱਧੀ ਰਾਤ ਨੂੰ ਉਸ ਨੂੰ ਛੱਤ ਤੇ ਕਿਉਂ ਲੈ ਜਾਂਦਾ ਹੈ, ਪਰ ਮੈਨੂੰ ਇਹ ਜਾਣਨ ਦਾ ਮੌਕਾ ਕਦੇ ਨਹੀਂ ਮਿਲਿਆ, ਕਿਉਂਕਿ ਜਦੋਂ ਵੀ ਮੇਰਾ ਸਹੁਰਾ ਕਿਸੇ ਕੁੜੀ ਨੂੰ ਵਾਲ ਕਟਾਉਣ ਲਈ ਛੱਤ ਤੇ ਲੈ ਜਾਂਦਾ ਸੀ, ਇਸ ਲਈ ਮੇਰੀ ਸੱਸ ਪੌੜੀਆਂ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੰਦੀ ਅਤੇ ਕਿਸੇ ਨੂੰ ਵੀ ਛੱਤ ਤੇ ਨਹੀਂ ਜਾਣ ਦਿੰਦੀ। ਇੱਕ ਦਿਨ ਸਾਡੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਕੁੜੀ ਬਾਲਗ ਹੋਈ ਤਾਂ ਪਿੰਡ ਦੀਆਂ ਹੋਰ ਕੁੜੀਆਂ ਵਾਂਗ ਉਸ ਨੂੰ ਵੀ ਮੇਰੇ ਸਹੁਰੇ ਕੋਲ ਲਿਆਂਦਾ ਗਿਆ। ਮੈਂ ਇਹ ਸੋਚ ਕੇ ਖੁਸ਼ ਹੋ ਗਈ ਕਿ ਉਹ ਗੁਆਂਢ ਦੀ ਕੁੜੀ ਹੈ। ਅਗਲੀ ਸਵੇਰ ਜੇ ਮੈਂ ਉਸ ਦੇ ਘਰ ਜਾ ਕੇ ਇਸ ਬਾਰੇ ਗੱਲ ਕਰਾਂਗੀ ਤਾਂ ਮੈਨੂੰ ਪਤਾ ਲੱਗੇਗਾ ਕਿ ਮੇਰੇ ਸਹੁਰੇ ਨੇ ਉਸ ਨੂੰ ਛੱਤ ਤੇ ਲਿਜਾ ਕੇ ਕੀ ਕੀਤਾ ਅਤੇ ਉਸ ਦੇ ਵਾਲ ਕਿਵੇਂ ਕੱਟੇ। ਪਰ ਅਗਲੇ ਦਿਨ ਜਦੋਂ ਮੈਂ ਚੋਰੀ ਛੁਪੇ ਗੁਆਂਢੀ ਦੇ ਘਰ ਗਈ ਤਾਂ ਮੈਂ ਉਸ ਕੁੜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹ ਬਿਲਕੁਲ ਚੁੱਪ ਸੀ ਅਤੇ ਉਸ ਦੀ ਮਾਂ ਵੀ ਮੈਨੂੰ ਕੁਝ ਦੱਸਣ ਲਈ ਤਿਆਰ ਨਹੀਂ ਸੀ। ਜਦੋਂ ਮੈਂ ਉਸ ਨੂੰ ਸਵਾਲ ਪੁੱਛਿਆ ਤਾਂ ਵੀ ਉਸ ਕੁੜੀ ਨੇ ਕੋਈ ਜਵਾਬ ਨਹੀਂ ਦਿੱਤਾ। ਸਾਰਾ ਦਿਨ ਮੈਂ ਉਸ ਦੇ ਘਰ ਬੈਠੀ ਰਹੀ। ਮੈਂ ਹੈਰਾਨ ਰਹਿ ਗਈ ਕਿ ਇੰਨੀ ਸ਼ਰਾਰਤੀ ਅਤੇ ਹਸਮੁਖ ਕੁੜੀ ਨੂੰ ਅਚਾਨਕ ਕੀ ਹੋ ਗਿਆ। ਉਸ ਦੀ ਮਾਂ ਵੀ ਮੈਨੂੰ ਕੁਝ ਨਹੀਂ ਦੱਸ ਰਹੀ ਸੀ। ਘਰ ਜਾ ਕੇ ਮੈਂ ਸੋਚਣ ਲੱਗੀ ਕਿ ਇਹ ਸਭ ਕੀ ਹੋ ਰਿਹਾ ਹੈ। ਆਖਰ ਉਹ ਕੁੜੀ ਤੇ ਉਸ ਦੀ ਮਾਂ ਮੈਨੂੰ ਕੁਝ ਦੱਸਣ ਲਈ ਤਿਆਰ ਕਿਉਂ ਨਹੀਂ ਹਨ, ਜਦੋਂ ਕਿ ਮੇਰੀ ਬੇਟੀ ਵੀ ਮੇਰੇ ਨਾਲ ਗਈ ਸੀ ਤੇ ਕਹਿ ਰਹੀ ਸੀ ਕਿ ਪਾਇਲ ਦੀਦੀ ਇੰਨੀ ਚੁੱਪ ਕਿਉਂ ਬੈਠੀ ਸੀ ਅਤੇ ਜੋ ਤੁਸੀਂ ਉਸ ਨੂੰ ਪੁੱਛਿਆ ਉਸ ਨੇ ਉਸ ਦਾ ਜਵਾਬ ਕਿਉਂ ਨਹੀਂ ਦਿੱਤਾ। ਮੈਂ ਆਪਣੀ ਧੀ ਨੂੰ ਇੱਕ ਬਹਾਨਾ ਬਣਾਇਆ ਕਿ ਉਹ ਜਵਾਨ ਹੋ ਰਹੀ ਹੈ ਅਤੇ ਅਜਿਹੀਆਂ ਕੁੜੀਆਂ ਵਿੱਚ ਬਹੁਤ ਤਬਦੀਲੀਆਂ ਆਉਂਦੀਆਂ ਹਨ, ਇਸ ਲਈ ਉਹ ਵੀ ਆਪਣੀ ਮਾਂ ਦੇ ਕਹਿਣ ਤੇ ਚੁੱਪਚਾਪ ਬੈਠੀ ਰਹਿੰਦੀ ਹੈ। ਹੁਣ ਸ਼ਾਇਦ ਉਸ ਦੇ ਸਿਰ ਤੇ ਵਾਲ ਵੀ ਨਹੀਂ ਸਨ, ਸ਼ਾਇਦ ਇਸੇ ਲਈ ਉਹ ਝਿਜਕ ਰਹੀ ਸੀ
ਮੇਰੀ ਗੱਲ ਸੁਣ ਕੇ ਮੇਰੀ ਧੀ ਸ਼ਾਂਤ ਹੋ ਗਈ, ਕਿਉਂਕਿ ਮੇਰੀ ਧੀ ਗੁਆਂਢ ਵਿੱਚ ਪੈਲ ਦੀ ਛੋਟੀ ਭੈਣ ਨਾਲ ਖੇਡਣ ਜਾਂਦੀ ਸੀ, ਜਦੋਂ ਕਿ 15 ਸਾਲ ਦੀ ਪੈਲ ਹੁਣ ਕਾਫੀ ਵੱਖਰੀ ਲੱਗ ਰਹੀ ਸੀ। ਮੇਰੀ ਧੀ ਨੇ ਦੱਸਿਆ ਸਕੂਲ ਦੇ ਸਾਰੇ ਬੱਚੇ ਉਸ ਨੂੰ ਛੇੜ ਰਹੇ ਸਨ। ਸ਼ਾਇਦ ਉਹ ਸ਼ਰਮ ਕਾਰਨ ਚੁੱਪ ਹੋ ਗਈ ਸੀ, ਪਰ ਮੈਨੂੰ ਕੀ ਪਤਾ ਸੀ ਕਿ ਉਹਦੀ ਚੁੱਪ ਪਿੱਛੇ ਕੀ ਰਾਜ ਸੀ। ਜਦੋਂ ਇਹ ਸਭ ਕੁਝ ਕਾਫੀ ਦੇਰ ਤੱਕ ਚੱਲਦਾ ਰਿਹਾ ਤਾਂ ਮੈਂ ਕਈ ਵਾਰ ਛੁਪ ਕੇ ਛੱਤ ਤੇ ਜਾਣ ਦੀ ਕੋਸ਼ਿਸ਼ ਕਰਦੀ, ਤਾਂ ਹਰ ਵਾਰ ਮੇਰੀ ਸੱਸ ਅੱਗੇ ਆਉਂਦੀ ਤੇ ਮੈਨੂੰ ਝਿੜਕਦੀ। ਇਹ ਸਭ ਦੇਖਣ ਲਈ ਮੈਂ ਕਈ ਵਾਰ ਆਪਣੀ ਧੀ ਨੂੰ ਛੱਤ ਤੇ ਭੇਜਿਆ, ਪਰ ਮੇਰੀ ਸੱਸ ਮੇਰੀ ਧੀ ਨੂੰ ਝਿੜਕ ਕੇ ਵਾਪਸ ਭੇਜ ਦਿੰਦੀ ਸੀ ਅਤੇ ਮੇਰੀ ਧੀ ਨੂੰ ਵੀ ਇਹੀ ਕਹਿੰਦੀ ਸੀ ਕਿ ਆਪਣੇ ਦਾਦਾ ਜੀ ਦੇ ਕੰਮ ਵਿੱਚ ਦਖਲ ਨਾ ਦਿਓ। ਤੁਹਾਡੇ ਦਾਦਾ ਜੀ ਹਨ ਜਿਨ੍ਹਾਂ ਨੇ ਤੁਹਾਡੇ ਪਿਤਾ ਦੀ ਮੌਤ ਤੋਂ ਬਾਅਦ ਵੀ ਇਸ ਘਰ ਵਿੱਚ ਤੁਹਾਡਾ ਅਤੇ ਤੁਹਾਡੀ ਮਾਂ ਦਾ ਸਾਥ ਦਿੱਤਾ, ਅਤੇ ਉਹ ਤੁਹਾਡਾ ਸਾਰਾ ਖਰਚਾ ਚੁੱਕਦੇ ਹਨ। ਜੇ ਤੁਹਾਡਾ ਦਾਦਾ ਤੁਹਾਨੂੰ ਝਿੜਕਦਾ ਵੀ ਹੈ ਤਾਂ ਉਸ ਦੀ ਝਿੜਕ ਨੂੰ ਬਰਦਾਸ਼ਤ ਕਰੋ, ਕਿਉਂਕਿ ਉਹ ਵੀ ਸਾਡਾ ਭਲਾ ਚਾਹੁੰਦੇ ਹਨ। ਪਹਿਲਾਂ ਤਾਂ ਮੈਨੂੰ ਆਪਣੀ ਸੱਸ ਦੀਆਂ ਇਹ ਗੱਲਾਂ ਬਿਲਕੁਲ ਵੀ ਸਮਝ ਨਹੀਂ ਆਈਆਂ, ਪਰ ਫਿਰ ਕਈ ਵਾਰ ਮੈਂ ਇਹ ਵੀ ਸੋਚਦੀ ਸੀ ਕਿ ਇੱਕ ਵਿਧਵਾ ਔਰਤ ਹਾਂ ਜਿਸ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਅਤੇ ਮੇਰੀ ਧੀ ਦਾ ਇਸ ਸੰਸਾਰ ਵਿੱਚ ਸਹੁਰੇ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਮੇਰੇ ਮਾਤਾ ਪਿਤਾ ਮਰ ਚੁੱਕੇ ਸਨ ਅਤੇ ਪਿੰਡ ਵਿੱਚ ਮੇਰਾ ਕੋਈ ਰਿਸ਼ਤੇਦਾਰ ਨਹੀਂ ਸੀ ਜਿਸ ਕੋਲ ਮੈਂ ਜਾ ਸਕਦੀ। ਸਾਰੇ ਰਿਸ਼ਤੇਦਾਰ ਸ਼ਹਿਰ ਵਿੱਚ ਰਹਿੰਦੇ ਸਨ ਅਤੇ ਜਿੱਥੋਂ ਤੱਕ ਮੇਰੇ ਮਾਪਿਆਂ ਦਾ ਸੰਬੰਧ ਸੀ, ਕਿਸੇ ਨੇ ਵੀ ਮੇਰੇ ਵੱਲ ਮੁੜ ਕੇ ਨਹੀਂ ਦੇਖਿਆ ਸੀ, ਕਿਸੇ ਨੇ ਮੇਰਾ ਹਾਲ ਵੀ ਨਹੀਂ ਪੁੱਛਿਆ ਸੀ। ਅਜਿਹੀ ਸਥਿਤੀ ਵਿੱਚ ਮੇਰੀ ਸੱਸ ਅਤੇ ਸਹੁਰਾ ਹਰ ਸਮੇਂ ਮੇਰੇ ਨਾਲ ਖੜੇ ਸਨ। ਮੈਂ ਆਪਣੀ ਧੀ ਨੂੰ ਆਪਣਾ ਸਹਾਰਾ ਬਣਾਉਣਾ ਚਾਹੁੰਦੀ ਸੀ। ਮੈਂ ਆਪਣੀ ਧੀ ਨੂੰ ਪੜ੍ਹਾਉਣਾ ਚਾਹੁੰਦੀ ਸੀ ਤੇ ਉਸ ਨੂੰ ਵਿੱਦਿਆ ਰਾਹੀਂ ਕਾਮਯਾਬ ਬਣਾਉਣਾ ਚਾਹੁੰਦੀ ਸੀ। ਮੈਂ ਕਦੋਂ ਤੱਕ ਇਸ ਤਰ੍ਹਾਂ ਆਪਣੇ ਸਹੁਰੇ ਦੀ ਕਮਾਈ ਤੇ ਇੱਥੇ ਹੀ ਰਹਾਂਗੀ। ਮੈਂ ਕੋਈ ਕੰਮ ਨਹੀਂ ਕਰ ਸਕਦੀ ਸੀ, ਕਿਉਂਕਿ ਪਿੰਡ ਵਿੱਚ ਔਰਤਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਇਸੇ ਲਈ ਮੈਂ ਚੁੱਪਚਾਪ ਘਰ ਰਹਿ ਕੇ ਆਪਣੇ ਸਹੁਰੇ ਦੀ ਕਮਾਈ ਨਾਲ ਆਪਣੀ ਧੀ ਨੂੰ ਪੜ੍ਹਾ ਰਹੀ ਸੀ। ਮੇਰੀ ਬੇਟੀ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਮੈਂ ਉਸ ਨੂੰ ਕਹਿੰਦੀ ਸੀ ਕਿ ਤੂੰ ਮੇਰੀ ਧੀ ਹੈ ਤੇ ਤੂੰ ਮੇਰੇ ਕੋਲ ਹੀ ਰਹਿ, ਤੂੰ ਮੇਰੇ ਲਈ ਕਦੇ ਵੀ ਬੋਝ ਨਹੀਂ ਬਣ ਸਕਦੀ। ਜਦੋਂ ਤੱਕ ਮੈਂ ਜਿੰਦਾ ਹਾਂ ਮੈਂ ਤੁਹਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੀ। ਮੈਂ ਆਪਣੀ ਧੀ ਨੂੰ ਬਹੁਤ ਪਿਆਰ ਕਰਦੀ ਸੀ। ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੀ ਸੱਸ ਨੇ ਲੰਬੇ ਸਮੇਂ ਤੱਕ ਮੇਰੇ ਲਈ ਰਿਸ਼ਤਾ ਲੱਭਿਆ, ਪਰ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਅਤੇ ਮੈਂ ਉਸ ਨੂੰ ਇਨਕਾਰ ਕਰ ਦਿੱਤਾ। ਇਸ ਕਾਰਨ ਮੈਨੂੰ ਆਪਣੇ ਸੱਸ ਅਤੇ ਸਹੁਰੇ ਦੀ ਹਰ ਗੱਲ ਮੰਨਣੀ ਪੈਂਦੀ ਸੀ। ਸਾਰੇ ਪਿੰਡ ਵਾਲੇ ਵੀ ਮੇਰੇ ਸਹੁਰੇ ਦੀ ਬਹੁਤ ਇੱਜ਼ਤ ਕਰਦੇ ਸਨ, ਕਿਉਂਕਿ ਮੇਰੇ ਸਹੁਰੇ ਦੇ ਪੂਰੇ ਪਿੰਡ ਵਿੱਚ ਬਹੁਤ ਚਰਚਾ ਸੀ। ਉਹ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਵੀ ਜਾਂਦਾ ਸੀ, ਪਰ ਮੇਰੀ ਸੱਸ ਨੇ ਕਿਹਾ ਕਿ ਇਸ ਵਿੱਚ ਉਸ ਦਾ ਪਿਆਰ ਛੁਪਿਆ ਹੋਇਆ ਹੈ। ਜਦੋਂ ਮੈਂ ਇਸ ਬਾਰੇ ਸੋਚਿਆ ਤਾਂ ਮੈਨੂੰ ਵੀ ਚੰਗਾ ਲੱਗਾ ਕਿ ਜੇਕਰ ਸਾਨੂੰ ਸੱਸ ਅਤੇ ਸਹੁਰੇ ਦਾ ਸਹਾਰਾ ਨਾ ਮਿਲਿਆ ਹੁੰਦਾ ਤਾਂ ਸ਼ਾਇਦ ਅਸੀਂ ਦੋਵੇਂ ਮਾਂ ਧੀ ਅੱਜ ਇਸ ਪਿੰਡ ਵਿੱਚ ਬੇਸਹਾਰਾ ਜ਼ਿੰਦਗੀ ਬਸਰ ਕਰ ਰਹੇ ਹੁੰਦੇ। ਇਹ ਸਭ ਕੁਝ ਸੋਚਦਿਆਂ ਹੀ ਮੈਂ ਸੋਚਿਆ ਕਿ ਮੈਨੂੰ ਆਪਣੇ ਸਹੁਰੇ ਦੇ ਕੰਮ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਸ ਰਾਤ ਤੋਂ ਬਾਅਦ ਮੈਂ ਕਦੇ ਛੱਤ ਤੇ ਜਾਣ ਦਾ ਵੀ ਨਹੀਂ ਸੋਚਿਆ। ਮੈਨੂੰ ਡਰ ਸੀ ਕਿ ਜੇ ਮੇਰੀ ਸੱਸ ਨੇ ਮੇਰੇ ਬਾਰੇ ਮੇਰੇ ਸਹੁਰੇ ਕੋਲ ਸ਼ਿਕਾਇਤ ਕੀਤੀ ਤਾਂ ਮੈਂ ਅਤੇ ਮੇਰੀ ਧੀ ਕਿੱਥੇ ਜਾਵਾਂਗੇ। ਮੇਰੇ ਸਹੁਰੇ ਦਾ ਕੰਮ ਪਹਿਲਾਂ ਵਾਂਗ ਹੀ ਚੱਲ ਰਿਹਾ ਸੀ। ਕਈ ਵਾਰ 15 ਦਿਨਾਂ ਵਿੱਚ ਇੱਕ ਵਾਰ ਜਾਂ ਕਈ ਵਾਰ ਮਹੀਨੇ ਵਿੱਚ 3 ਵਾਰ ਕੋਈ ਨਾ ਕੋਈ ਕੁੜੀ ਬਾਲਗ ਹੋ ਕੇ ਸਾਡੇ ਘਰ ਆਉਂਦੀ ਅਤੇ ਚੁੱਪਚਾਪ ਮੇਰੇ ਸਹੁਰੇ ਨਾਲ ਛੱਤ ਤੇ ਚਲੀ ਜਾਂਦੀ, ਅਤੇ ਮੇਰੀ ਸੱਸ ਪਹਿਰੇ ਤੇ ਹੁੰਦੀ। ਪੌੜੀਆਂ ਚੜ੍ਹ ਕੇ 1 ਘੰਟੇ ਬਾਅਦ ਜਦੋਂ ਉਹ ਕੁੜੀ ਛੱਤ ਤੋਂ ਹੇਠਾਂ ਆਉਂਦੀ ਤਾਂ ਮੇਰਾ ਸਹੁਰਾ ਉਸ ਦੇ ਜਾਣ ਤੋਂ ਕਾਫੀ ਦੇਰ ਬਾਅਦ ਹੇਠਾਂ ਉਤਰਦਾ ਅਤੇ ਉਸ ਦੀ ਹਾਲਤ ਬਹੁਤ ਖਰਾਬ ਹੁੰਦੀ ਸੀ। ਇਸ ਗੱਲ ਦਾ ਪਤਾ ਮੈਨੂੰ ਉਸ ਸਮੇਂ ਲੱਗਾ ਇੱਕ ਰਾਤ ਜਦੋਂ ਮੈਂ ਫਰਿੱਜ ਤੋਂ ਪਾਣੀ ਪੀਣ ਲਈ ਰਸੋਈ ਵਿੱਚ ਜਾ ਰਹੀ ਸੀ ਤਾਂ ਮੈਂ ਆਪਣੇ ਸਹੁਰੇ ਨੂੰ ਪੌੜੀਆਂ ਤੋਂ ਉਤਰਦੇ ਦੇਖਿਆ ਤਾਂ ਮੈਨੂੰ ਲੱਗਾ ਕਿ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ। ਮੇਰੇ ਸਹੁਰੇ ਦਾ ਸਾਹ ਵੀ ਫੁੱਲਿਆ ਹੋਇਆ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਕਾਫੀ ਮਿਹਨਤ ਕਰਕੇ ਹੇਠਾਂ ਉਤਰਿਆ ਹੋਵੇ। ਮੇਰਾ ਸਹੁਰਾ ਹਮੇਸ਼ਾ ਕਾਲਾ ਕੁੜਤਾ ਪਾ ਕੇ ਕੁੜੀਆਂ ਦੇ ਵਾਲ ਕੱਟਣ ਲਈ ਛੱਤ ਤੇ ਜਾਂਦਾ ਸੀ, ਪਰ ਜਦੋਂ ਉਹ ਹੇਠਾਂ ਆਇਆ ਤਾਂ ਉਹਨਾਂ ਦੇ ਕੱਪੜੇ ਵੀ ਬਦਲੇ ਹੋਏ ਸਨ। ਛੱਤ ਤੇ ਜਾਣ ਵੇਲੇ ਉਸ ਨੇ ਜੋ ਕੱਪੜੇ ਪਾਏ ਸਨ ਉਹ ਉਸ ਦੇ ਸਰੀਰ ਤੇ ਮੌਜੂਦ ਨਹੀਂ ਸਨ, ਸਗੋਂ ਉਹ ਹੋਰ ਕੱਪੜੇ ਪਾ ਕੇ ਉਤਰ ਰਿਹਾ ਸੀ ਤੇ ਉਹ ਕੰਬਦਾ ਹੋਇਆ ਪੌੜੀਆਂ ਉਤਰਦਾ ਸੀ ਜਿਵੇਂ ਉਹ ਬਹੁਤ ਥੱਕਿਆ ਹੋਇਆ ਸੀ ਅਤੇ ਉਸ ਲਈ ਤੁਰਨਾ ਵੀ ਮੁਸ਼ਕਲ ਸੀ। ਅਤੇ ਫਿਰ ਮੈਨੂੰ ਯਾਦ ਆਇਆ ਕਿ ਜਦੋਂ ਵੀ ਮੇਰਾ ਸਹੁਰਾ ਕਿਸੇ ਕੁੜੀ ਦੇ ਵਾਲ ਕੱਟਦਾ ਸੀ ਤਾਂ ਉਹ ਸਾਰਾ ਦਿਨ ਕਮਰੇ ਦੇ ਅੰਦਰ ਰਹਿੰਦਾ।
ਉਹ ਇੰਨਾ ਥੱਕਿਆ ਹੁੰਦਾ ਸੀ ਕਿ ਉਹ ਸਾਰਾ ਦਿਨ ਕਮਰੇ ਤੋਂ ਬਾਹਰ ਨਹੀਂ ਨਿਕਲਦਾ ਸੀ ਅਤੇ ਉਸ ਸਮੇਂ ਉਸ ਨੂੰ ਤੁਰਦਾ ਦੇਖ ਕੇ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਖੇਤ ਵਾਹ ਕੇ ਆਇਆ ਹੋਵੇ। ਸਹੁਰੇ ਨੂੰ ਦੇਖਦਿਆਂ ਹੀ ਮੈਂ ਲੁਕ ਗਈ ਤੇ ਸਹੁਰਾ ਆਪਣੇ ਕਮਰੇ ਵਿੱਚ ਚਲਾ ਗਿਆ। ਹਮੇਸ਼ਾ ਦੀ ਤਰ੍ਹਾਂ ਇੱਕ ਹੋਰ ਦਿਨ ਮੇਰੀ ਸੱਸ ਕਮਰੇ ਦੇ ਬਾਹਰ ਸੁੱਤੀ ਹੋਈ ਸੀ ਅਤੇ ਮੇਰਾ ਸਹੁਰਾ ਕਮਰੇ ਨੂੰ ਕੁੰਡੀ ਲਗਾ ਕੇ ਅੰਦਰ ਸੌਂ ਰਿਹਾ ਸੀ। ਮੇਰੀ ਧੀ ਨੂੰ ਸਕੂਲ ਦੀਆਂ ਛੁੱਟੀਆਂ ਸਨ, ਇਸ ਲਈ ਮੈਨੂੰ ਉਸ ਦੇ ਉੱਠਣ ਦੀ ਚਿੰਤਾ ਨਹੀਂ ਸੀ। ਫਿਰ ਜਦੋਂ ਮੈਂ ਕਿਸੇ ਕੰਮ ਲਈ ਰਸੋਈ ਵਿੱਚ ਗਈ ਤਾਂ ਦੇਖਿਆ ਕਿ ਮੇਰੀ ਸੱਸ ਲੁਕ ਛਿਪ ਕੇ ਹੰਝੂ ਵਹਾ ਰਹੀ ਸੀ। ਪਹਿਲੀ ਵਾਰ ਜਦੋਂ ਮੈਂ ਆਪਣੀ ਸੱਸ ਨੂੰ ਇਸ ਤਰ੍ਹਾਂ ਦੇ ਰੋਂਦੇ ਦੇਖਿਆ ਤਾਂ ਮੈਂ ਝੱਟ ਉਸ ਕੋਲ ਗਈ ਅਤੇ ਉਸ ਨੂੰ ਪੁੱਛਿਆ, ਮੰਮੀ ਤੁਸੀਂ ਕਿਉਂ ਰੋ ਰਹੇ ਹੋ? ਮੇਰੀ ਗੱਲ ਸੁਣ ਕੇ ਮੇਰੀ ਸੱਸ ਨੇ ਆਪਣੀ ਸਾੜੀ ਦੇ ਪੱਲੂ ਨਾਲ ਝੱਟ ਆਪਣੇ ਹੰਝੂ ਪੂੰਝਦੇ ਹੋਏ ਕਿਹਾ, ਨਹੀਂ ਬਹੂ, ਮੈਂ ਕਦੋਂ ਰੋ ਰਹੀ ਹਾਂ? ਦੱਸ ਤੈਨੂੰ ਕੀ ਚਾਹੀਦਾ ਹੈ? ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੀ ਸੱਸ ਰੋ ਰਹੀ ਸੀ ਅਤੇ ਇਸ ਨੇ ਨਾ ਸਿਰਫ ਮੈਨੂੰ ਉਦਾਸ ਕੀਤਾ ਸਗੋਂ ਮੈਨੂੰ ਬਹੁਤ ਪਰੇਸ਼ਾਨ ਵੀ ਕਰ ਦਿੱਤਾ। ਆਖਰ ਉਹ ਕਿਹੜੀ ਗੱਲ ਸੀ ਜਿਸ ਕਾਰਨ ਮੇਰੀ ਸੱਸ ਰੋ ਰਹੀ ਸੀ? ਹੁਣ ਮੈਨੂੰ ਆਪਣੇ ਸਹੁਰੇ ਪ੍ਰਤੀ ਨਫ਼ਰਤ ਮਹਿਸੂਸ ਹੋਣ ਲੱਗੀ। ਸ਼ਾਇਦ ਇਹ ਮੇਰਾ ਸਹੁਰਾ ਸੀ ਜਿਸ ਕਾਰਨ ਉਹ ਲੁਕ ਛਿਪ ਕੇ ਹੰਝੂ ਵਹਾ ਰਹੀ ਸੀ। ਉਸ ਦਿਨ ਤੋਂ ਹੀ ਮੈਂ ਆਪਣੇ ਸਹੁਰਿਆਂ ਤੇ ਨਜ਼ਰ ਰੱਖਣ ਲੱਗੀ। ਜਦੋਂ ਵੀ ਮੇਰੀ ਸੱਸ ਅਤੇ ਸਹੁਰਾ ਕਿਸੇ ਕੁੜੀ ਦੇ ਵਾਲ ਕੱਟ ਕੇ ਪੌੜੀਆਂ ਤੋਂ ਹੇਠਾਂ ਉਤਰਦੇ ਤਾਂ ਉਹਨਾਂ ਦੇ ਚਿਹਰਿਆਂ ਤੇ ਥਕਾਵਟ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਸੀ ਅਤੇ ਅਗਲੇ ਹੀ ਦਿਨ ਮੈਂ ਆਪਣੀ ਸੱਸ ਨੂੰ ਲੁਕ ਛਿਪ ਕੇ ਰੋਂਦੇ ਵੇਖਦੀ ਸੀ। ਇਸ ਤਰ੍ਹਾਂ ਹੌਲੀ ਹੌਲੀ ਸਮਾਂ ਬੀਤਦਾ ਗਿਆ ਅਤੇ ਮੇਰੀ ਧੀ ਵੀ ਵੱਡੀ ਹੋਣ ਲੱਗੀ। ਮੇਰੀ ਸੱਸ ਨੇ ਮੇਰੀ ਧੀ ਦੇ ਮੱਥੇ ਨੂੰ ਚੁੰਮਦਿਆਂ ਕਿਹਾ ਕਿ ਪਿੰਡ ਦੀਆਂ ਸਾਰੀਆਂ ਕੁੜੀਆਂ ਵਾਂਗ ਮੈਂ ਵੀ ਚਾਹੁੰਦੀ ਹਾਂ ਕਿ ਤੁਹਾਡੀ ਕਿਸਮਤ ਤੁਹਾਡੇ ਦਾਦੇ ਦੇ ਹੱਥਾਂ ਤੋਂ ਚਮਕੇ। ਮੇਰੀ ਸੱਸ ਦੀਆਂ ਗੱਲਾਂ ਸੁਣ ਕੇ ਮੈਂ ਡਰ ਗਈ ਕਿ ਮਾਂ ਮੇਰੀ ਧੀ ਦੇ ਵਾਲ ਕੱਟਣ ਲਈ ਮੇਰੇ ਸਹੁਰੇ ਨੂੰ ਸੌਂਪਣ ਜਾ ਰਹੀ ਸੀ। ਮੈਂ ਇਹ ਸੋਚ ਕੇ ਪਰੇਸ਼ਾਨ ਸੀ ਕਿ ਪਿੰਡ ਦੀਆਂ ਹੋਰ ਕੁੜੀਆਂ ਵਾਂਗ ਮੇਰੀ ਧੀ ਨੂੰ ਵੀ ਸਾਰਿਆਂ ਦੇ ਮਜ਼ਾਕ ਦਾ ਸ਼ਿਕਾਰ ਹੋਣਾ ਪਵੇਗਾ। ਮੇਰੀ ਬੇਟੀ ਰੋਣ ਲੱਗ ਪਈ ਅਤੇ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ। ਜਦੋਂ ਮੈਂ ਉਸਦੇ ਪਿੱਛੇ ਕਮਰੇ ਵਿੱਚ ਗਈ ਤਾਂ ਉਸਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ, ਮਾਂ ਮੈਂ ਕਿਸੇ ਵੀ ਹਾਲਤ ਵਿੱਚ ਆਪਣੇ ਵਾਲ ਨਹੀਂ ਕਟਵਾਉਣਾ ਚਾਹੁੰਦੀ। ਇੱਥੋਂ ਤੱਕ ਕਿ ਮੈਂ ਵੀ ਇਹ ਨਹੀਂ ਚਾਹੁੰਦੀ ਸੀ। ਇੰਨੇ ਸਮੇਂ ਵਿੱਚ ਮੇਰੀ ਸੱਸ ਵੀ ਕਮਰੇ ਵਿੱਚ ਆਈ ਅਤੇ ਮੇਰੀ ਧੀ ਨੂੰ ਕਿਹਾ, ਤੈਨੂੰ ਪਤਾ ਨਹੀਂ ਤੇਰਾ ਦਾਦਾ ਜੀ ਕਰਕੇ ਪਿੰਡ ਦੀਆਂ ਕੁੜੀਆਂ ਦੀ ਕਿਸਮਤ ਕਿਵੇਂ ਬਦਲ ਜਾਂਦੀ ਹੈ। ਜਿਸ ਦੇ ਵਾਲ ਤੇਰੇ ਦਾਦਾ ਜੀ ਨੇ ਅੱਜ ਤੱਕ ਕੱਟੇ ਹਨ, ਕੁਝ ਹੀ ਦਿਨਾਂ ਵਿੱਚ ਉਹਨਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਅਤੇ ਇੱਕ ਬਹੁਤ ਹੀ ਵਧੀਆ ਜਗ੍ਹਾ ਤੇ ਹੋਇਆ ਹੈ। ਐਵੇਂ ਹੀ ਪਿੰਡ ਵਾਲੇ ਆਪਣੀਆਂ ਕੁੜੀਆਂ ਨੂੰ ਤੁਹਾਡੇ ਦਾਦਾ ਜੀ ਕੋਲ ਨਹੀਂ ਛੱਡ ਕੇ ਜਾਂਦੇ। ਜਦੋਂ ਸਾਰੇ ਪਿੰਡ ਵੱਲ ਇਸ ਕੰਮ ਲਈ ਤੁਹਾਡੇ ਦਾਦਾ ਜੀ ਦਾ ਫਾਇਦਾ ਉਠਾ ਸਕਦੇ ਹਨ ਤਾਂ ਅਸੀਂ ਪਰਿਵਾਰ ਵਾਲੇ ਕਿਉਂ ਨਹੀਂ ਕਰ ਸਕਦੇ? ਤੁਸੀਂ ਸਾਡੇ ਪਰਿਵਾਰ ਦੀ ਧੀ ਹੋ। ਮੈਂ ਆਪਣੀ ਸੱਸ ਨੂੰ ਨਾ ਕਰ ਦਿੱਤੀ, ਪਰ ਮੇਰੇ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਮੇਰੀ ਸੱਸ ਨੇ ਮੇਰੇ ਸਹੁਰੇ ਨੂੰ ਫੋਨ ਕਰਕੇ ਕਿਹਾ ਕਿ ਅੱਜ ਰਾਤ ਤੁਸੀਂ ਆਪਣੀ ਪੋਤੀ ਦੇ ਵਾਲ ਕੱਟਣ ਲਈ ਲੈ ਕੇ ਜਾਣਾ ਹੈ। ਇਹ ਸੁਣ ਕੇ ਮੇਰੇ ਸਹੁਰੇ ਦਾ ਚਿਹਰਾ ਫਿੱਕਾ ਪੈ ਗਿਆ। ਉਹ ਪੁੱਛਣ ਲੱਗਾ ਕਿ ਕੀ ਸਾਡੀ ਪੋਤੀ ਵੀ ਬਾਲਗ ਹੋ ਗਈ ਹੈ? ਮੇਰੀ ਸੱਸ ਮੁਸਕਰਾ ਕੇ ਕਹਿਣ ਲੱਗੀ ਕਿ ਹਾਂ, ਹੁਣ ਸਾਡੀ ਪੋਤੀ ਵੀ ਬਾਲਗ ਹੈ। ਅਸੀਂ ਉਸ ਦਾ ਵਿਆਹ ਬੜੀ ਧੂਮ-ਧਾਮ ਨਾਲ ਤੇ ਕਿਸੇ ਚੰਗੀ ਥਾਂ ਤੇ ਕਰਾਂਗੇ ਅਤੇ ਜੇਕਰ ਤੁਸੀਂ ਉਸ ਦੇ ਵਾਲ ਕੱਟੋਗੇ ਤਾਂ ਉਸ ਦੀ ਕਿਸਮਤ ਪਿੰਡ ਦੀਆਂ ਹੋਰ ਕੁੜੀਆਂ ਵਾਂਗ ਚਮਕ ਜਾਵੇਗੀ। ਇਹ ਕਹਿ ਕੇ ਮੇਰੀ ਸੱਸ ਨੇ ਮੇਰੀ ਲੜਕੀ ਨੂੰ ਮੇਰੇ ਸਹੁਰੇ ਕੋਲ ਛੱਤ ਤੇ ਭੇਜ ਦਿੱਤਾ। ਮੈਂ ਆਪਣੀ ਧੀ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰ ਰਹੀ ਸੀ, ਪਰ ਮੇਰੀ ਸੱਸ ਜ਼ਬਰਦਸਤੀ ਮੇਰੀ ਧੀ ਨੂੰ ਛੱਤ ਤੇ ਲੈ ਗਈ ਅਤੇ ਉਸ ਨੂੰ ਛੱਡ ਕੇ ਵਾਪਸ ਆ ਗਈ। ਮੈਂ ਹੱਥ ਜੋੜ ਕੇ ਉਸ ਨੂੰ ਬੇਨਤੀ ਕਰ ਰਹੀ ਸੀ ਕਿ ਉਹ ਮੇਰੀ ਧੀ ਦੇ ਵਾਲ ਨਾ ਕਟਵਾਵੇ ਅਤੇ ਮੇਰੀ ਧੀ ਵੀ ਬਹੁਤ ਰੋ ਰਹੀ ਸੀ ਕਿਉਂਕਿ ਉਹ ਆਪਣੇ ਆਪ ਨੂੰ ਗੰਜਾ ਨਹੀਂ ਦੇਖਣਾ ਚਾਹੁੰਦੀ ਸੀ। ਮੈਨੂੰ ਆਪਣੀ ਧੀ ਲਈ ਬਹੁਤ ਚਿੰਤਾ ਹੋ ਰਹੀ ਸੀ ਅਤੇ ਮੈਂ ਬਸ ਰੋ ਰਹੀ ਸੀ। ਮੇਰੀ ਸੱਸ ਮੈਨੂੰ ਸਮਝਾ ਰਹੀ ਸੀ ਕਿ ਰੋਣ ਦਾ ਕੋਈ ਫਾਇਦਾ ਨਹੀਂ। ਤੁਸੀਂ ਆਪਣੀ ਧੀ ਦੇ ਫਾਇਦੇ ਬਾਰੇ ਸੋਚੋ ਕਿ ਜੇਕਰ ਤੁਹਾਡੀ ਧੀ ਦਾ ਵਿਆਹ ਚੰਗੇ ਪਰਿਵਾਰ ਵਿੱਚ ਹੋ ਜਾਵੇ ਤਾਂ ਤੁਹਾਡੇ ਪਤੀ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇਗੀ। ਆਖਰਕਾਰ ਇਹ ਉਸਦੀ ਇਕਲੌਤੀ ਧੀ ਦੀ ਜ਼ਿੰਦਗੀ ਦਾ ਸਵਾਲ ਹੈ। ਮੈਂ ਆਪਣੀ ਸੱਸ ਨੂੰ ਕਿਹਾ, ਇਹ ਸਾਰੀਆਂ ਗੱਲਾਂ ਗਲਤ ਹਨ ਅਤੇ ਮੈਂ ਇਹਨਾਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੀ। ਕੁਝ ਦੇਰ ਬਾਅਦ ਮੇਰੀ ਧੀ ਰੋਂਦੀ ਹੋਈ ਆਈ ਅਤੇ ਮੈਨੂੰ ਜੱਫੀ ਪਾ ਲਈ। ਮੈਂ ਦੇਖਿਆ ਕਿ ਮੇਰੀ ਧੀ ਦੇ ਵਾਲ ਬਰਕਰਾਰ ਸਨ। ਮੇਰੀ ਸੱਸ ਦਾ ਚਿਹਰਾ ਫਿੱਕਾ ਪੈ ਗਿਆ ਜਦੋਂ ਉਸਨੇ ਦੇਖਿਆ ਕਿ ਉਸਦੇ ਵਾਲ ਕੱਟੇ ਨਹੀਂ ਸਨ ਤੇ ਬਿਲਕੁਲ ਠੀਕ ਸਨ। ਮੈਂ ਆਪਣੀ ਧੀ ਨੂੰ ਕਮਰੇ ਵਿੱਚ ਲੈ ਗਈ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਮੈਂ ਆਪਣੀ ਧੀ ਨੂੰ ਪੁੱਛਿਆ, ਦਾਦਾ ਜੀ ਨੇ ਤੇਰੇ ਨਾਲ ਕੀ ਕੀਤਾ?
ਮੇਰੀ ਬੇਟੀ ਨੇ ਦੱਸਿਆ ਕਿ ਦਾਦਾ ਜੀ ਨੇ ਪਹਿਲਾਂ ਆਪਣਾ ਕਾਲੇ ਰੰਗ ਦਾ ਕੁੜਤਾ ਪਾਇਆ ਅਤੇ ਫਿਰ ਮੇਰੇ ਸਾਹਮਣੇ ਆ ਕੇ ਬੈਠ ਗਏ। ਜਦੋਂ ਦਾਦਾ ਜੀ ਮੇਰੇ ਨੇੜੇ ਆਏ ਤਾਂ ਮੈਂ ਡਰ ਗਈ ਅਤੇ ਫਿਰ ਜਿਵੇਂ ਹੀ ਦਾਦਾ ਜੀ ਨੇ ਮੇਰੇ ਸਿਰ ਤੇ ਹੱਥ ਰੱਖਿਆ, ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਦਾਦਾ ਜੀ ਨੇ ਮੈਨੂੰ ਆਪਣੇ ਨੇੜੇ ਲਿਆ ਕੇ ਆਪਣੀ ਛਾਤੀ ਨਾਲ ਲਾ ਲਿਆ। ਮੰਮੀ, ਮੈਨੂੰ ਲੱਗਾ ਜਿਵੇਂ ਮੇਰਾ ਦਮ ਘੁੱਟਣ ਜਾ ਰਿਹਾ ਹੈ, ਕਿਉਂਕਿ ਦਾਦਾ ਜੀ ਨੇ ਮੈਨੂੰ ਬਹੁਤ ਕੱਸ ਕੇ ਫੜਿਆ ਹੋਇਆ ਸੀ ਅਤੇ ਫਿਰ ਮੈਂ ਮਹਿਸੂਸ ਕੀਤਾ ਕਿ ਦਾਦਾ ਜੀ ਦੇ ਗਰਮ ਹੰਝੂ ਮੇਰੀਆਂ ਗੱਲਾਂ 'ਤੇ ਡਿੱਗ ਰਹੇ ਹਨ। ਮੈਂ ਹੈਰਾਨ ਹੋ ਕੇ ਦਾਦਾ ਜੀ ਨੂੰ ਪੁੱਛਿਆ, ਦਾਦਾ ਜੀ ਤੁਸੀਂ ਕਿਉਂ ਰੋ ਰਹੇ ਹੋ? ਕਾਫੀ ਸਮੇਂ ਬਾਅਦ ਜਦੋਂ ਦਾਦਾ ਜੀ ਨੇ ਮੈਨੂੰ ਆਪਣੇ ਤੋਂ ਵੱਖ ਕੀਤਾ ਤਾਂ ਉਹਨਾਂ ਦੀਆਂ ਅੱਖਾਂ ਲਾਲ ਸਨ ਅਤੇ ਉਹਨਾਂ ਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ ਅਤੇ ਹੋਰ ਕੁਝ ਨਹੀਂ ਸੀ। ਉਹਨਾਂ ਨੇ ਮੈਨੂੰ ਸਿਰਫ ਇੱਕ ਗੱਲ ਦੱਸੀ ਜਿਸ ਨੇ ਮੇਰੇ ਹੋਸ਼ ਉਡਾ ਦਿੱਤੇ। ਦਾਦਾ ਜੀ ਨੇ ਮੈਨੂੰ ਕਿਹਾ ਕਿ ਮੇਰੀ ਬੇਟੀ, ਮੈਂ ਤੇਰੇ ਵਾਲ ਨਹੀਂ ਕੱਟ ਸਕਦਾ, ਮੈਂ ਤੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ। ਤੂੰ ਮੇਰਾ ਆਪਣਾ ਖੂਨ ਹੈ, ਤੂੰ ਮੇਰੇ ਇਕਲੌਤੇ ਪੁੱਤਰ ਦੀ ਨਿਸ਼ਾਨੀ ਹੈ। ਮਾਂ, ਮੈਨੂੰ ਦਾਦਾ ਜੀ ਦੀ ਕੋਈ ਗੱਲ ਸਮਝ ਨਹੀਂ ਆ ਰਹੀ ਸੀ, ਪਰ ਮੇਰੇ ਦਾਦਾ ਜੀ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਕਰ ਦਿੱਤਾ। ਮੈਂ ਪੁੱਛਿਆ, ਦਾਦਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਤੇ ਦਾਦਾ ਜੀ ਨੇ ਮੈਨੂੰ ਤੁਹਾਡੇ ਕੋਲ ਵਾਪਸ ਜਾਣ ਲਈ ਕਿਹਾ। ਉਹਨਾਂ ਨੇ ਕਿਹਾ, ਵਾਪਸ ਜਾ ਕੇ ਆਪਣੀ ਮਾਂ ਨੂੰ ਕਹੋ ਕਿ ਦਾਦਾ ਜੀ ਤੁਹਾਡੇ ਵਾਲ ਨਹੀਂ ਕੱਟ ਰਹੇ ਅਤੇ ਮੈਂ ਭੱਜ ਕੇ ਤੁਹਾਡੇ ਕੋਲ ਆਈ ਹਾਂ। ਮੇਰੀ ਬੇਟੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਮੈਂ ਬਹੁਤ ਹੈਰਾਨ ਹੋਈ ਅਤੇ ਮੈਂ ਆਪਣੇ ਸਹੁਰੇ ਦੇ ਕਮਰੇ ਵੱਲ ਚਲੀ ਗਈ। ਮੇਰੀ ਧੀ ਵੀ ਮੇਰੇ ਨਾਲ ਸੀ। ਜਦੋਂ ਮੈਂ ਆਪਣੇ ਸਹੁਰੇ ਦੇ ਕਮਰੇ ਵਿੱਚ ਗਈ ਤਾਂ ਮੇਰਾ ਸਹੁਰਾ ਮੇਰੀ ਸੱਸ ਦੇ ਪੈਰੀਂ ਬੈਠਾ ਰੋਂਦਾ ਹੋਇਆ ਮੇਰੀ ਸੱਸ ਤੋਂ ਮਾਫ਼ੀ ਮੰਗ ਰਿਹਾ ਸੀ। ਮੇਰੀ ਸੱਸ ਵੀ ਭੁੱਬਾਂ ਮਾਰ ਕੇ ਰੋ ਰਹੀ ਸੀ। ਇਹ ਸਭ ਦੇਖ ਕੇ ਮੈਂ ਪਰੇਸ਼ਾਨ ਹੋ ਗਈ ਅਤੇ ਦੋਨਾਂ ਨੂੰ ਪੁੱਛਣ ਲੱਗੀ ਕਿ ਕੀ ਗੱਲ ਹੈ। ਕੀ ਮੈਂ ਵੀ ਜਾਣ ਸਕਦੀ ਹਾਂ ਕਿ ਤੁਸੀਂ ਦੋਵੇਂ ਇੱਕ ਦੂਜੇ ਦੇ ਕੋਲ ਬੈਠੇ ਕਿਉਂ ਰੋ ਰਹੇ ਹੋ? ਜਦੋਂ ਮੇਰੇ ਸਹੁਰੇ ਨੇ ਮੇਰੀਆਂ ਅੱਖਾਂ ਵਿੱਚ ਅਤੇ ਮੇਰੀ ਧੀ ਦੀਆਂ ਅੱਖਾਂ ਵਿੱਚ ਹੰਝੂ ਦੇਖੇ ਤਾਂ ਉਹ ਮੇਰੇ ਨੇੜੇ ਆਇਆ ਅਤੇ ਕਿਹਾ, ਅੱਜ ਮੈਂ ਤੁਹਾਨੂੰ ਇੱਕ ਸੱਚਾਈ ਦੱਸਣਾ ਚਾਹੁੰਦਾ ਹਾਂ ਅਤੇ ਤੁਹਾਡੇ ਸਾਹਮਣੇ ਇੱਕ ਰਾਜ਼ ਖੋਲ੍ਹਣਾ ਚਾਹੁੰਦਾ ਹਾਂ, ਸ਼ਾਇਦ ਜਿਸ ਨੂੰ ਸੁਣ ਕੇ ਤੁਹਾਡਾ ਸਰੀਰ ਕੰਬਣ ਲੱਗ ਜਾਵੇਗਾ। ਮੇਰੇ ਸਹੁਰੇ ਨੇ ਰੋ ਕੇ ਦੱਸਿਆ ਕਿ ਇਹ ਕਈ ਸਾਲ ਪਹਿਲਾਂ ਹੋਇਆ ਸੀ। ਮੈਂ ਇਸ ਪਿੰਡ ਦੇ ਚੌਧਰੀ ਦਾ ਖਾਸ ਨਾਈ ਸੀ ਅਤੇ ਮੈਂ ਕੇਵਲ ਚੌਧਰੀ ਦੇ ਵਾਲ ਕੱਟਦਾ ਸੀ। ਪਿੰਡ ਦਾ ਚੌਧਰੀ ਬਹੁਤ ਅਜਾਸ ਆਦਮੀ ਸੀ ਅਤੇ ਮੈਨੂੰ ਉਸ ਦੀਆਂ ਆਦਤਾਂ ਬਿਲਕੁਲ ਵੀ ਪਸੰਦ ਨਹੀਂ ਸਨ, ਪਰ ਮੇਰੀ ਮਜਬੂਰੀ ਇਹ ਸੀ ਕਿ ਮੈਨੂੰ ਇਹ ਨੌਕਰੀ ਕਰਨੀ ਪਈ। ਅਤੇ ਫਿਰ ਇੱਕ ਦਿਨ ਪਿੰਡ ਦੇ ਚੌਧਰੀਆਂ ਨੇ ਮੈਨੂੰ ਨੌਕਰੀ ਤੋਂ ਕੱਢ ਕੇ ਨਵੀਂ ਨੌਕਰੀ ਦੇ ਦਿੱਤੀ, ਪਰ ਮੈਂ ਉਸ ਦੇ ਕਹੇ ਕੰਮ ਨੂੰ ਕਰਨ ਲਈ ਤਿਆਰ ਨਹੀਂ ਸੀ ਅਤੇ ਉਸ ਦਾ ਘਰ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਪਿੰਡ ਵਿੱਚ ਆਪਣੀ ਦੁਕਾਨ ਖੋਲ੍ਹ ਲਈ। ਜਦੋਂ ਮੇਰਾ ਪੁੱਤਰ ਕਮਾ ਰਿਹਾ ਸੀ ਤਾਂ ਮੈਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਚੌਧਰੀ ਮੇਰੀ ਦੁਕਾਨ 'ਤੇ ਆ ਕੇ ਮੈਨੂੰ ਬਹੁਤ ਪਰੇਸ਼ਾਨ ਕਰਦਾ ਸੀ ਅਤੇ ਮੈਨੂੰ ਇਸ ਕੰਮ ਲਈ ਰਾਜ਼ੀ ਕਰਨਾ ਚਾਹੁੰਦਾ ਸੀ, ਪਰ ਮੈਂ ਕਦੇ ਵੀ ਉਸਦੇ ਇਸ ਘਿਨਾਉਣੇ ਕੰਮ ਵਿੱਚ ਉਸਦਾ ਸਾਥ ਨਹੀਂ ਦੇਣਾ ਚਾਹੁੰਦਾ ਸੀ। ਅਤੇ ਫਿਰ ਇੱਕ ਦਿਨ ਅਜਿਹਾ ਹੋਇਆ ਕਿ ਮੇਰਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਅਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਆ ਗਈਆਂ। ਚੌਧਰੀ ਨੇ ਮੇਰਾ ਜੀਣਾ ਔਖਾ ਕਰ ਦਿੱਤਾ ਸੀ। ਇਹ ਗੱਲ ਮੈਂ ਆਪਣੇ ਬੇਟੇ ਨੂੰ ਵੀ ਨਹੀਂ ਦੱਸੀ। ਉਹ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਦਾ ਕਹਿਣਾ ਮੰਨਾਂ ਅਤੇ ਜੋ ਵੀ ਉਹ ਕਹੇ ਉਹ ਕਰਨਾ ਸ਼ੁਰੂ ਕਰ ਦੇਵਾਂ, ਪਰ ਮੈਂ ਬਹੁਤ ਇੱਜ਼ਤਦਾਰ ਵਿਅਕਤੀ ਸੀ, ਉਸ ਦੀ ਗੱਲ ਸੁਣਨਾ ਨਹੀਂ ਚਾਹੁੰਦਾ ਸੀ। ਭਾਵੇਂ ਮੈਂ ਉਸ ਲਈ ਇਹ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਜਦੋਂ ਕਿ ਮੇਰੀ ਆਪਣੀ ਦੁਕਾਨ ਸੀ ਤਾਂ ਉਹ ਉੱਥੇ ਆ ਕੇ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ। ਮੇਰੇ ਬੇਟੇ ਦੀ ਚੰਗੀ ਨੌਕਰੀ ਸੀ ਅਤੇ ਉਸ ਦੀ ਆਮਦਨੀ ਘਰ ਦੇ ਸਾਰੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਸੀ। ਇਸੇ ਲਈ ਮੈਂ ਚੌਧਰੀ ਦੇ ਪਰੇਸ਼ਾਨ ਕਰਨ ਦਾ ਆਪਣੇ ਮਨ 'ਤੇ ਕੋਈ ਬੋਝ ਨਹੀਂ ਪਾਇਆ। ਪਰ ਜਦੋਂ ਮੇਰੇ ਬੇਟੇ ਦੀ ਮੌਤ ਹੋ ਗਈ ਅਤੇ ਘਰ ਵਿੱਚ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਤਾਂ ਮੇਰੇ ਲਈ ਇਹੋ ਇੱਕ ਵਿਕਲਪ ਸੀ ਅਤੇ ਮੈਂ ਚੌਧਰੀ ਦੇ ਸਾਹਮਣੇ ਹਾਰ ਮੰਨ ਲਈ ਅਤੇ ਉਸ ਦਾ ਕੰਮ ਕਰਨ ਲਈ ਸਹਿਮਤ ਹੋ ਗਿਆ। ਚੌਧਰੀ ਨੇ ਪੂਰੇ ਪਿੰਡ ਵਿੱਚ ਇਹ ਮਸ਼ਹੂਰ ਕਰ ਦਿੱਤਾ ਸੀ ਕਿ ਉਸ ਦੇ ਹੱਥਾਂ ਵਿੱਚ ਬਹੁਤ ਜਾਦੂ ਹੈ ਅਤੇ ਉਹ ਜਿਸ ਦੇ ਵਾਲ ਕੱਟਦਾ ਹੈ ਉਸ ਦੀ ਕਿਸਮਤ ਸੁਧਰ ਜਾਂਦੀ ਹੈ। ਪਿੰਡ ਦੇ ਚੌਧਰੀਆਂ ਦੀ ਜ਼ਮੀਨ ਵੀ ਵਧਣ ਲੱਗ ਪਈ ਹੈ ਅਤੇ ਇਹ ਇਸ ਲਈ ਹੋਇਆ ਹੈ ਕਿਉਂਕਿ ਮੈਂ ਉਸ ਦੇ ਵਾਲਾਂ ਨੂੰ ਛੂੰਹਦਾ ਸੀ। ਸਾਰੇ ਪਿੰਡ ਵਾਸੀ ਅਨਪੜ੍ਹ ਅਤੇ ਸਾਦੇ ਲੋਕ ਹਨ। ਉਹਨਾਂ ਲਈ ਪਿੰਡ ਦੇ ਚੌਧਰੀਆਂ ਦੀ ਕਹੀ ਹਰ ਗੱਲ ਸਹੀ ਹੁੰਦੀ ਹੈ ਅਤੇ ਜਦੋਂ ਪਿੰਡ ਦੇ ਚੌਧਰੀ ਨੇ ਇਸ ਬਾਰੇ ਬਹੁਤ ਚਰਚਾ ਕੀਤੀ ਤਾਂ ਪਿੰਡ ਵਾਸੀ ਉਸ ਦੀਆਂ ਗੱਲਾਂ ਨੂੰ ਬੰਦ ਅੱਖਾਂ ਨਾਲ ਮੰਨਣ ਲੱਗੇ ਅਤੇ ਉਸ ਤੋਂ ਬਾਅਦ ਚੌਧਰੀ ਸਾਹਿਬ ਨੇ ਪਿੰਡ ਵਿੱਚ ਇਹ ਗੱਲ ਫੈਲਾ ਦਿੱਤੀ ਕਿ ਜੇਕਰ ਮੈਂ ਕਿਸੇ ਬਾਲਗ ਲੜਕੀ ਦੇ ਵਾਲ ਕੱਟਾਂਗਾ ਤਾਂ ਉਸ ਦੀ ਕਿਸਮਤ ਬਦਲ ਜਾਵੇਗੀ।
ਅਤੇ ਉਸ ਦਾ ਵਿਆਹ ਬਹੁਤ ਵਧੀਆ ਜਗ੍ਹਾ ਹੋਵੇਗਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਚੌਧਰੀ ਸਾਹਿਬ ਨੇ ਇਹ ਸਭ ਕਿਉਂ ਕੀਤਾ ਸੀ ਅਤੇ ਉਹ ਮੈਨੂੰ ਇਹ ਕੰਮ ਕਰਨ ਲਈ ਮਜਬੂਰ ਕਿਉਂ ਕਰ ਰਹੇ ਸਨ। ਚੌਧਰੀ ਸਾਹਿਬ ਨੇ ਮੈਨੂੰ ਲੱਖਾਂ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਮੈਂ ਇਸ ਪਿੰਡ ਵਿੱਚ ਬਾਲਗ ਹੋਣ ਵਾਲੀਆਂ ਕੁੜੀਆਂ ਦੇ ਵਾਲ ਕੱਟਣੇ ਹਨ। ਮੈਨੂੰ ਪੈਸਿਆਂ ਦਾ ਲਾਲਚ ਸੀ ਅਤੇ ਘਰ ਦੀਆਂ ਮੁਸ਼ਕਲਾਂ ਦੇਖ ਕੇ ਮੈਂ ਚੌਧਰੀ ਦੇ ਪੈਸੇ ਲੈ ਕੇ ਇਹ ਕੰਮ ਕਰਨ ਲੱਗ ਪਿਆ। ਮੈਂ ਸੋਚਿਆ ਕਿ ਇਸ ਵਿੱਚ ਕੁਝ ਗਲਤ ਨਹੀਂ ਹੋਵੇਗਾ ਅਤੇ ਫਿਰ ਜਦੋਂ ਪਿੰਡ ਵਾਲੇ ਆਪਣੀਆਂ ਬਾਲਗ ਧੀਆਂ ਨੂੰ ਮੇਰੇ ਕੋਲ ਲਿਆਉਣ ਲੱਗੇ ਤਾਂ ਉਹਨਾਂ ਦੀ ਕਿਸਮਤ ਬਦਲਣ ਲੱਗੀ। ਇਸ ਲਈ ਮੈਂ ਰਾਤ ਦੇ ਹਨੇਰੇ ਵਿੱਚ ਖੁਸ਼ੀ-ਖੁਸ਼ੀ ਉਹਨਾਂ ਦੇ ਵਾਲ ਕੱਟ ਦਿੰਦਾ ਅਤੇ ਬਦਲੇ ਵਿੱਚ ਚੌਧਰੀ ਸਾਹਿਬ ਮੈਨੂੰ ਬਹੁਤ ਸਾਰਾ ਪੈਸਾ ਦੇ ਦਿੰਦੇ। ਇਹ ਸਿਲਸਿਲਾ ਕਈ ਸਾਲਾਂ ਤੋਂ ਇਸੇ ਤਰ੍ਹਾਂ ਚੱਲਦਾ ਆ ਰਿਹਾ ਸੀ। ਫਿਰ ਇੱਕ ਦਿਨ ਤੇਰੀ ਦਾਦੀ ਨੇ ਮੈਨੂੰ ਕਿਹਾ, ਚੌਧਰੀ ਸਾਹਿਬ ਉਹਨਾਂ ਕੁੜੀਆਂ ਨਾਲ ਕਿਹੋ ਜਿਹੀ ਖੇਡ ਖੇਡਦੇ ਹਨ ਜਿਨ੍ਹਾਂ ਦੇ ਵਾਲ ਮੈਂ ਕੱਟ ਦਿੱਤੇ ਸਨ ਅਤੇ ਮੈਂ ਵੀ ਇਹ ਜਾਣ ਕੇ ਹੈਰਾਨ ਹੋ ਗਈ ਅਤੇ ਮੈਂ ਚੌਧਰੀ ਦੀ ਇਸ ਗੰਦੀ ਖੇਡ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ ਅਤੇ ਹੁਣ ਮੈਂ ਚਾਹੁੰਦੇ ਹੋਏ ਵੀ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਸੀ ਅਤੇ ਅੱਜ ਤੱਕ ਮੈਂ ਉਹਨਾਂ ਦੀ ਖੇਡ ਦਾ ਸ਼ਿਕਾਰ ਹਾਂ। ਇਹ ਗੱਲ ਤੇਰੀ ਸੱਸ ਨੂੰ ਚੌਧਰੀ ਦੀ ਹਵੇਲੀ ਦੀ ਇੱਕ ਨੌਕਰਾਣੀ ਨੇ ਦੱਸੀ ਸੀ ਤੇ ਜਦੋਂ ਤੇਰੀ ਸੱਸ ਨੇ ਮੈਨੂੰ ਦੁਬਾਰਾ ਇਹ ਗੱਲ ਦੱਸੀ ਤਾਂ ਮੈਨੂੰ ਬਹੁਤ ਅਫਸੋਸ ਹੋਇਆ ਕਿ ਮੈਂ ਇੰਨਾ ਗਲਤ ਕਰ ਰਿਹਾ ਹਾਂ। ਛੋਟੀ ਉਮਰ ਦੀਆਂ ਨਵੀਆਂ ਮੁਟਿਆਰਾਂ ਨਾਲ ਚੌਧਰੀ ਸਾਹਿਬ ਆਪਣੀ ਵਾਸ਼ਨਾ ਪੂਰੀ ਕਰਨ ਦਾ ਸ਼ੌਕੀਨ ਸੀ ਅਤੇ ਪਿੰਡ ਵਿੱਚ ਇੱਕ ਕੁੜੀ ਕਦੋਂ ਜਵਾਨ ਹੋ ਗਈ ਇਹ ਜਾਣਨ ਲਈ ਚੌਧਰੀ ਸਾਹਿਬ ਨੇ ਇਹ ਖੇਡ ਰਚੀ ਅਤੇ ਮੈਂ ਉਹਨਾਂ ਦੇ ਬੋਲਾਂ ਤੋਂ ਪ੍ਰਭਾਵਿਤ ਹੋ ਗਿਆ। ਜਿਵੇਂ ਹੀ ਕੋਈ ਮੁਟਿਆਰ ਮੇਰੇ ਕੋਲ ਆ ਕੇ ਆਪਣੇ ਵਾਲ ਕਟਵਾ ਲੈਂਦੀ ਤਾਂ ਚੌਧਰੀ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹ ਕੁੜੀ ਹੁਣ ਬਾਲਗ ਹੋ ਗਈ ਹੈ ਅਤੇ ਉਹ ਆਪਣੀ ਵਾਸ਼ਨਾ ਪੂਰੀ ਕਰਨ ਲਈ ਉਸ ਨਾਲ ਕੋਈ ਨਵੀਂ ਖੇਡ ਖੇਡ ਕੇ ਉਸ ਨੂੰ ਆਪਣੀ ਹਵੇਲੀ ਬੁਲਾ ਲੈਂਦੇ ਸਨ ਅਤੇ ਪਿੰਡ ਦੀ ਹਰ ਬਾਲਗ ਲੜਕੀ ਉਹਨਾਂ ਦੀ ਦਰਿੰਦਗੀ ਅਤੇ ਉਹਨਾਂ ਦੀ ਕਾਮ ਵਾਸ਼ਨਾ ਦਾ ਸ਼ਿਕਾਰ ਹੋ ਜਾਂਦੀ ਸੀ। ਹੁਣ ਮੈਂ ਇਸ ਕੰਮ ਵਿੱਚ ਬੁਰੀ ਤਰ੍ਹਾਂ ਫਸ ਗਿਆ ਹਾਂ, ਇੱਥੋਂ ਤੱਕ ਕਿ ਚੌਧਰੀ ਸਾਹਿਬ ਨੇ ਮੈਨੂੰ ਬਲੈਕਮੇਲ ਕੀਤਾ ਸੀ ਕਿ ਜੇਕਰ ਮੈਂ ਇਸ ਮਾਮਲੇ ਨੂੰ ਕਿਸੇ ਦੇ ਸਾਹਮਣੇ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਸ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕਰਨਗੇ ਤੇ ਮੇਰੇ ਤੇ ਦੋਸ਼ ਲਗਾ ਕੇ ਮੈਨੂੰ ਬਦਨਾਮ ਕਰਨਗੇ। ਇਸ ਡਰ ਕਾਰਨ ਮੈਂ ਕਦੇ ਚੌਧਰੀ ਸਾਹਿਬ ਦਾ ਕੰਮ ਨਹੀਂ ਛੱਡਿਆ ਅਤੇ ਨਾ ਹੀ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਇਕੱਲਿਆਂ ਘਰੋਂ ਬਾਹਰ ਜਾਣ ਦਿੱਤਾ। ਚੌਧਰੀ ਦੀ ਨਜ਼ਰ ਬਹੁਤ ਗੰਦੀ ਅਤੇ ਮਾੜੀ ਹੈ। ਤੇਰੀ ਸੱਸ ਚੰਗੀ ਤਰ੍ਹਾਂ ਜਾਣਦੀ ਸੀ ਕਿ ਜਿਨ੍ਹਾਂ ਕੁੜੀਆਂ ਦੇ ਵਾਲ ਮੈਂ ਕੱਟਦਾ ਹਾਂ ਚੌਧਰੀ ਸਾਹਿਬ ਉਹਨਾਂ ਨਾਲ ਹੀ ਕਰਦੇ ਹਨ। ਇਸੇ ਲਈ ਉਹ ਲੁਕ ਛਿਪ ਕੇ ਰੋਣ ਲੱਗ ਜਾਂਦੀ ਤੇ ਮੈਂ ਆਪ ਵੀ ਕਈ ਘੰਟੇ ਰੋਣ ਤੋਂ ਬਾਅਦ ਹੇਠਾਂ ਆ ਜਾਂਦਾ ਕਿਉਂਕਿ ਮੈਂ ਇਸ ਗੰਦੇ ਕੰਮ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਮੇਰੀਆਂ ਮਜਬੂਰੀਆਂ ਨੇ ਮੈਨੂੰ ਇਹ ਕੰਮ ਕਰਨ ਲਈ ਮਜਬੂਰ ਕੀਤਾ। ਚੌਧਰੀ ਸਾਹਿਬ ਨੇ ਮੈਨੂੰ ਕਾਲਾ ਕੁੜਤਾ ਦਿੱਤਾ ਸੀ ਅਤੇ ਮੈਨੂੰ ਕਿਹਾ ਸੀ ਕਿ ਇਹ ਕੁੜਤਾ ਕਿਸੇ ਕੁੜੀ ਦੇ ਵਾਲ ਕੱਟਦੇ ਸਮੇਂ ਪਹਿਨੋ ਤਾਂ ਜੋ ਲੋਕਾਂ ਨੂੰ ਲੱਗੇ ਕਿ ਤੁਸੀਂ ਕੁਝ ਖਾਸ ਕਰਦੇ ਹੋ, ਜਿਸ ਨਾਲ ਕੁੜੀਆਂ ਦੀ ਕਿਸਮਤ ਬਦਲ ਜਾਂਦੀ ਹੈ। ਚੌਧਰੀ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੇ ਕੁਝ ਮਹੀਨੇ ਬਾਅਦ ਹੀ ਉਸ ਕੁੜੀ ਦਾ ਵਿਆਹ ਆਪਣੇ ਇੱਕ ਭੋਲੇ ਭਾਲੇ ਨੌਕਰ ਨਾਲ ਕਰਵਾ ਦਿੰਦਾ ਹੈ ਅਤੇ ਉਸ ਨੌਕਰ ਨੂੰ ਬਹੁਤ ਸਾਰਾ ਪੈਸਾ ਵੀ ਦਿੰਦਾ ਹੈ। ਇਸ ਤਰ੍ਹਾਂ ਉਸ ਲੜਕੀ ਦੀ ਜ਼ਿੰਦਗੀ ਬਿਹਤਰ ਹੋ ਜਾਂਦੀ ਹੈ। ਚੌਧਰੀ ਸਾਹਿਬ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਇਸ ਲਈ ਉਹ ਆਪਣੀ ਅਜਾਸੀ ਤੇ ਅੱਖਾਂ ਬੰਦ ਕਰਕੇ ਪੈਸੇ ਖਰਚਦਾ ਹੈ ਅਤੇ ਮੈਂ ਉਹਨਾਂ ਦੇ ਹੱਥ ਦੀ ਕਠਪੁਤਲੀ ਬਣ ਗਿਆ ਹਾਂ। ਪਰ ਮੈਂ ਆਪਣੀ ਪੋਤੀ ਦੇ ਵਾਲ ਕੱਟ ਕੇ ਚੌਧਰੀ ਸਾਹਿਬ ਨੂੰ ਇਹ ਖਬਰ ਨਹੀਂ ਪਹੁੰਚਾਉਣਾ ਚਾਹੁੰਦਾ ਕਿ ਮੇਰੀ ਪੋਤੀ ਵੀ ਜਵਾਨ ਹੋ ਗਈ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਮੇਰੀ ਪੋਤੀ ਵੀ ਉਸ ਆਦਮੀ ਦੇ ਜ਼ੁਲਮਾਂ ਤੋਂ ਬਚ ਨਹੀਂ ਸਕੇਗੀ। ਮੇਰੇ ਸਹੁਰੇ ਗੱਲ ਨੂੰ ਸੁਣਨ ਤੋਂ ਬਾਅਦ ਮੈਂ ਤੇ ਮੇਰੀ ਧੀ ਰੋਣ ਲੱਗ ਪਈ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਮੈਂ ਸ਼ਹਿਰ ਤੋਂ ਵਿਆਹ ਕਰਕੇ ਇੱਥੇ ਆਈ ਸੀ ਅਤੇ ਮੇਰੇ ਸਹੁਰੇ ਅਤੇ ਮੇਰੇ ਪਤੀ ਨੇ ਮੈਨੂੰ ਕਦੇ ਘਰੋਂ ਬਾਹਰ ਨਹੀਂ ਜਾਣ ਦਿੱਤਾ ਸੀ। ਇਸ ਲਈ ਮੈਨੂੰ ਕੁਝ ਪਤਾ ਨਹੀਂ ਸੀ ਕਿ ਪਿੰਡ ਵਿੱਚ ਕੀ ਹੁੰਦਾ ਹੈ ਤੇ ਨਾ ਹੀ ਚੌਧਰੀ ਸਾਹਿਬ ਬਾਰੇ ਮੈਨੂੰ ਕੁਝ ਪਤਾ ਸੀ। ਮੈਨੂੰ ਬੁਰਾ ਲੱਗਦਾ ਸੀ ਕਿ ਮੇਰੇ ਸਹੁਰੇ ਮੇਰੀ ਧੀ ਦੇ ਨਜ਼ਰ ਰੱਖਦੇ ਹਨ ਅਤੇ ਮੇਰੀ ਧੀ ਤੇ ਹਮੇਸ਼ਾ ਪਾਬੰਦੀਆਂ ਲਾਉਂਦੇ ਹਨ। ਪਰ ਹੁਣ ਮੈਂ ਸੋਚ ਰਹੀ ਸੀ ਕਿ ਮੇਰਾ ਸਹੁਰਾ ਮੇਰੀ ਧੀ ਨੂੰ ਕਿੰਨਾ ਪਿਆਰ ਕਰਦਾ ਸੀ ਕਿ ਉਹ ਚੌਧਰੀ ਸਾਹਿਬ ਤੋਂ ਮੇਰੀ ਧੀ ਨੂੰ ਬਚਾਉਣ ਲਈ ਇੰਨੀ ਕੋਸ਼ਿਸ਼ ਕਰ ਰਹੀ ਸਨ। ਮੇਰੇ ਸਹੁਰੇ ਨੇ ਸਾਡੇ ਕੋਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਪੋਤੀ ਦੀ ਇੱਜ਼ਤ ਨੂੰ ਢਾਹ ਨਹੀਂ ਲੱਗਣ ਦੇਣਗੇ ਅਤੇ ਨਾ ਹੀ ਪਿੰਡ ਦੀਆਂ ਹੋਰ ਕੁੜੀਆਂ ਲਈ ਬਰਬਾਦੀ ਦਾ ਕਾਰਨ ਬਣਨਗੇ।
ਮੇਰੇ ਸਹੁਰੇ ਨੇ ਕਿਹਾ ਕਿ ਹੁਣ ਤਾਂ ਸਾਡੇ ਘਰ ਵੀ ਉਹਨਾਂ ਨੂੰ ਜਿੰਨੀਆਂ ਮਰਜ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ, ਉਹ ਚੌਧਰੀ ਦੇ ਇਸ ਘਿਨੌਣੇ ਕੰਮ ਵਿੱਚ ਸਾਥ ਨਹੀਂ ਦੇਣਗੇ। ਮੇਰੇ ਸਹੁਰੇ ਨੇ ਸਾਨੂੰ ਕਿਹਾ ਕਿ ਆਪਣਾ ਸਮਾਨ ਬੰਨ੍ਹ ਕੇ ਅਸੀਂ ਇਹ ਪਿੰਡ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਵਾਂਗੇ। ਜਾਣ ਤੋਂ ਪਹਿਲਾਂ ਮੈਂ ਪਿੰਡ ਦੇ ਮਾਸਟਰ ਨੂੰ ਚਿੱਠੀ ਲਿਖਾਂਗਾ, ਜਿਸ ਵਿੱਚ ਮੈਂ ਸਾਰੀ ਸੱਚਾਈ ਲਿਖਾਂਗਾ। ਪਿੰਡ ਦਾ ਮਾਸਟਰ ਇੱਕ ਸਿਆਣਾ ਬੰਦਾ ਹੈ, ਤਾਂ ਉਹ ਚੁੱਪਚਾਪ ਪਿੰਡ ਵਾਸੀਆਂ ਨੂੰ ਇਹ ਗੱਲ ਸਮਝਾ ਦੇਵੇਗਾ, ਤਾਂ ਇਹ ਕੰਮ ਸਦਾ ਲਈ ਖਤਮ ਹੋ ਜਾਵੇਗਾ। ਸਾਡੇ ਪਿੰਡ ਵਿੱਚੋਂ ਕੋਈ ਨਹੀਂ ਜਾਣਦਾ ਸੀ ਕਿ ਹੁਣ ਸਾਡੀ ਮੰਜ਼ਿਲ ਕੀ ਹੈ। ਮੇਰੇ ਸਹੁਰੇ ਨੇ ਅੱਗੇ ਕਦਮ ਵਧਾਏ ਸਨ, ਇਸ ਲਈ ਸਾਨੂੰ ਯਕੀਨ ਸੀ ਪਰਮਾਤਮਾ ਯਕੀਨੀ ਤੌਰ 'ਤੇ ਸਾਡੀ ਮਦਦ ਕਰੇਗਾ। ਮੇਰੇ ਸਹੁਰੇ ਨੇ ਪਿੰਡ ਦੇ ਮਾਸਟਰ ਦੇ ਨਾਂ ਇੱਕ ਲੰਮੀ ਚਿੱਠੀ ਲਿਖੀ ਸੀ, ਜਿਸ ਵਿੱਚ ਉਹਨਾਂ ਨੇ ਹਰ ਗੱਲ ਸਾਫ਼-ਸਾਫ਼ ਲਿਖ ਦਿੱਤੀ ਸੀ, ਤਾਂ ਜੋ ਸਾਡੇ ਜਾਣ ਤੋਂ ਬਾਅਦ ਕੋਈ ਪਿੰਡ ਵਾਸੀ ਚੌਧਰੀ ਸਾਹਿਬ ਦੀਆਂ ਗੱਲਾਂ ਦਾ ਸ਼ਿਕਾਰ ਨਾ ਹੋ ਸਕੇ। ਫਿਰ ਕਿਸੇ ਕੁੜੀ ਦੇ ਵਾਲ ਕੱਟਣ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਖਬਰ ਚੌਧਰੀ ਸਾਹਿਬ ਤੱਕ ਨਾ ਪਹੁੰਚ ਜਾਵੇ ਕਿ ਉਹ ਹੁਣ ਜਵਾਨ ਅਤੇ ਬਾਲਗ ਹੋ ਗਈਆਂ ਹਨ ਅਤੇ ਉਸ ਦੀ ਵਾਸ਼ਨਾ ਦਾ ਸ਼ਿਕਾਰ ਹੋਣ ਲਈ ਤਿਆਰ ਹਨ। ਮੈਨੂੰ ਇਹ ਗੱਲ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਵੀ ਕੋਈ ਕੁੜੀ ਬਾਲਗ ਹੋ ਕੇ ਗੰਜਾ ਹੋ ਜਾਂਦੀ ਸੀ ਅਤੇ ਫਿਰ ਕੁਝ ਦਿਨਾਂ ਬਾਅਦ ਉਹ ਡਰਦੀ ਅਤੇ ਚੁੱਪ ਰਹਿੰਦੀ। ਮੈਨੂੰ ਲੱਗਦਾ ਜਿਵੇਂ ਇਹ ਸਭ ਕੁਝ ਇਸ ਸਮੇਂ ਲਈ ਹੈ, ਕਿਉਂਕਿ ਉਹ ਗੰਜੀ ਸੀ, ਇਸੇ ਲਈ ਉਹ ਪਰੇਸ਼ਾਨ ਸੀ। ਪਰ ਇਹ ਭੇਤ ਹੁਣ ਖੁੱਲ੍ਹ ਗਿਆ ਸੀ ਕਿ ਉਹ ਚੌਧਰੀ ਸਾਹਿਬ ਦੀ ਵਾਸ਼ਨਾ ਦਾ ਸ਼ਿਕਾਰ ਹੋ ਕੇ ਆਈ ਸੀ ਅਤੇ ਮੇਰਾ ਸਹੁਰਾ, ਜਿਸ ਨੂੰ ਮੈਂ ਬਹੁਤ ਗਲਤ ਸਮਝਦੀ ਸੀ, ਅਸਲ ਵਿੱਚ ਆਪ ਹੀ ਕਿਸੇ ਸਮੱਸਿਆ ਦਾ ਸ਼ਿਕਾਰ ਸੀ। ਅਤੇ ਜਦੋਂ ਅਸੀਂ ਇਸ ਪਿੰਡ ਨੂੰ ਛੱਡ ਕੇ ਜਾ ਰਹੇ ਸੀ ਤਾਂ ਮੇਰੇ ਸਹੁਰੇ ਦੇ ਚਿਹਰੇ 'ਤੇ ਸਿਰਫ ਰਾਹਤ ਸੀ। ਅੱਜ ਵੀ ਪਿੰਡਾਂ ਵਿੱਚ ਕਈ ਅਜਿਹੇ ਚੌਧਰੀ ਮੌਜੂਦ ਹਨ ਜੋ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ ਅਤੇ ਸਧਾਰਨ ਪਿੰਡ ਵਾਸੀ ਉਹਨਾਂ ਦੀਆਂ ਕਰਤੂਤਾਂ ਨੂੰ ਨਹੀਂ ਜਾਣਦੇ। ਸ਼ਹਿਰ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਿੰਡ ਵਿੱਚ ਵਿੱਦਿਆ ਦੀ ਪ੍ਰਕਿਰਿਆ ਨੂੰ ਅੱਗੇ ਲੈ ਕੇ ਜਾਣ, ਤਾਂ ਉਹ ਸਧਾਰਨ ਅਤੇ ਭੋਲੇ ਭਾਲੇ ਪਿੰਡ ਵਾਸੀ ਅਜਿਹੀਆਂ ਮਾੜੀ ਸੋਚ ਵਾਲੇ ਲੋਕਾਂ ਤੋਂ ਆਪਣਾ ਬਚਾਅ ਕਰ ਸਕਣ। ਮੇਰੇ ਸਹੁਰੇ ਨੇ ਚੌਧਰੀਆਂ ਤੋਂ ਜਿੰਨੇ ਪੈਸੇ ਕਮਾ ਲਏ ਸਨ, ਉਹ ਸਾਰਾ ਪੈਸਾ ਲੈ ਕੇ ਮੇਰਾ ਸਹੁਰਾ ਅਤੇ ਸਾਡਾ ਸਾਰਾ ਪਰਿਵਾਰ ਸ਼ਹਿਰ ਜਾ ਕੇ ਰਹਿਣ ਲੱਗ ਪਿਆ। ਪਤਾ ਨਹੀਂ ਉਸ ਚੌਧਰੀ ਦਾ ਕੀ ਬਣਿਆ ਹੋਵੇਗਾ, ਪਰ ਮੈਂ ਉਮੀਦ ਕਰਦੀ ਹਾਂ ਕਿ ਮਾਸਟਰ ਨੇ ਚੌਧਰੀ ਵਿਰੁੱਧ ਕੋਈ ਕਾਰਵਾਈ ਜ਼ਰੂਰ ਕੀਤੀ ਹੋਵੇਗੀ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ, ਤਾਂ ਜੋ ਤੁਹਾਨੂੰ ਅਗਲੀ ਅਪਡੇਟ ਪਹਿਲਾਂ ਮਿਲ ਸਕੇ। ਧੰਨਵਾਦ।